सत श्री अकाल जी। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच। मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच गलबात करांगे कैनेडियन इमीग्रेशन के बारे विच। सो इस वक्त कैनेडा की इमीग्रेशन विच की चल रहा है, की नवीं अपडेट्स आईयां ने, इहदे बारे तुहानूं जानकारी देवांगे। सो तुहाडा कोई सवाल हैगा इमीग्रेशन प्रोसैस नूं लैके, इमीग्रेशन नूं लैके सानूं अज दे लाइव प्रोग्राम च तुसीं कॉल कर सकते हो। सो तुहाडे सवालों के जवाब देने लई ते अज दे टॉपिक के उत्ते गलबात करने लई साडे नाल जुड़ चुके हैं जी ICC इमीग्रेशन तो मिस्टर मनु दत्ता। स्वागत है सर। तरन जी थैंक यू वेरी मच। सब तो पहला तो ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਤੇ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ ਐਂਡ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਸਰ ਸਾਲ ਦਾ ਲਗਭਗ ਅੱਜ ਆਪਣਾ ਲਾਸਟ ਐਪੀਸੋਡ ਹੈ, ਸੋ ਪੂਰਾ ਸਾਲ ਕਾਫੀ ਕੁਝ ਆਪਾਂ ਡਿਸਕਸ ਕੀਤਾ ਆ। ਸੋ ਹਮੇਸ਼ਾ ਹੀ ਰਿਹਾ ਕਿ ਹੁਣ ਤੱਕ ਕੈਨੇਡਾ ਨੇ ਇੰਨਾ ਟਾਰਗੇਟ ਰੱਖਿਆ, ਪਤਾ ਨਹੀਂ ਅਚੀਵ ਹੋਏਗਾ ਜਾਂ ਨਹੀਂ। ਫਾਈਨਲੀ ਫਸਟ ਟਾਈਮ ਹੈ ਕਿ ਕੈਨੇਡਾ ਨੇ ਆਪਣਾ ਟਾਰਗੇਟ ਅਚੀਵ ਕਰ ਲਿਆ। टारगेट तो पहले भी अचीव करते बट रैकड तोड़ दिते तरन जी 1913 ਦਾ ਰੈਕਡ ਸੀਗਾ ਕਿ ਮੈਕਸਿਮਮ ਨੰਬਰ ਆਫ ਇਮੀਗ੍ਰੈਂਟਸ ਜਿਹੜੇ ਆਏ ਹੋਏ ਨੇ, ਬਟ ਕੈਨੇਡੀਅਨ ਗਵਰਨਮੈਂਟ ਐਂਡ ਸੈਲਿਊਟ ਕਰਨਾ ਬਣਦਾ ਆ ਕੈਨੇਡੀਅਨ ਸਰਕਾਰ ਨੂੰ, ਸਾਡੇ IRCC ਡਿਪਾਰਟਮੈਂਟ ਨੂੰ, ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੂੰ ਐਂਡ ਸਾਡੇ ਮਿਨਿਸਟਰਸ ਨੂੰ, ਜਿਸ ਤਰ੍ਹਾਂ ਉਹਨਾਂ ਨੇ ਅਗਾਂਹਵਧੀ ਸੋਚ ਦੇ ਨਾਲ ਸਾਰਾ ਕੰਮ ਕੀਤਾ। ਤੁਸੀਂ ਦੇਖੋ ਕਿ 2000 ਜੂਨ ਦੇ ਤੱਕ ਤਕਰੀਬਨ 28,000 30,000 32,000 ਇਮੀਗ੍ਰੈਂਟਸ ਹਰ ਮਹੀਨੇ ਲੈਂਡ ਕਰ ਰਹੇ ਸੀਗੇ ਐਂਡ ਉਸ ਤੋਂ ਬਾਅਦ ਜਿਹੜੇ ਲਾਸਟ ਮੰਥ ਕੀਤਾ 47,000 48,000 ਇਮੀਗ੍ਰੈਂਟਸ। ਅਮੇਜ਼ਿੰਗ, ਅ ਸੈਲਿਊਟ ਟੂ ਦੈਮ। ਸਾਰੇ ਔਡਸ ਦੇ ਅਗੇਂਸਟ ਪੈਂਡੈਮਿਕ ਦੇ ਵਿੱਚ ਸਭ ਕੁਝ ਬੰਦ ਸੀਗਾ, ਟਰੈਵਲ ਰਿਸਟ੍ਰਿਕਸ਼ਨ ਸੀਗੀਆਂ, ਕੋਈ ਬਾਹਰੋਂ ਨਹੀਂ ਆ ਸਕ ਰਿਹਾ ਸੀਗਾ। ਸੋ ਉਹਨਾਂ ਨੇ ਕੀ ਕੀਤਾ ਜੀ, ਟੈਲੈਂਟ ਵਿਦ ਇਨ ਕੈਨੇਡਾ ਅਸੀਂ ਐਕਸਪਲੋਰ ਕਰੀਏ ਕਿ ਵਿਦ ਇਨ ਕੈਨੇਡਾ ਸਾਡੇ ਕੋਲ ਕੌਣ ਹੈਗੇ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਟੀਚੇ ਪੂਰੇ ਕਰ ਸਕਦੇ ਹਾਂ ਐਂਡ ਸੈਲਿਊਟ ਟੂ ਦੈਮ। ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਿਹੜਾ ਫੋਰਨ ਵਰਕਰ ਇਸ ਟਾਈਮ ਕੈਨੇਡਾ ਦੇ ਵਿੱਚ ਬੈਠਾ ਸੀਗਾ, ਅਮੇਜ਼ਿੰਗ ਕੰਮ ਕੀਤਾ ਐਂਡ ਸਾਰੇ ਟੈਲੈਂਟ ਨੂੰ, ਸਾਰੇ ਰਿਸੋਰਸਿਸ ਨੂੰ ਇਕੱਠਾ ਕਰਕੇ ਉਹਨਾਂ ਨੇ ਆਪਣਾ ਟਾਰਗੇਟ ਆਰਾਮ ਨਾਲ ਅਚੀਵ ਕਰ ਲਿਆ ਐਂਡ ਅਚੀਵ ਹੀ ਨਹੀਂ ਕੀਤਾ, ਉਹਨੂੰ ਓਵਰ ਐਕਸੀਡ ਕੀਤਾ ਹੈਗਾ। ਸਰ ਪਹਿਲਾਂ ਜਿਵੇਂ ਹੁੰਦਾ ਸੀ ਕਿ ਐਕਸਪ੍ਰੈਸ ਐਂਟਰੀ ਦਾ ਡਰਾ ਨਿਕਲਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਆ ਪਿਛਲੇ 1.5-2 ਸਾਲ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੀ ਮੋਸਟਲੀ ਜਿਹੜਾ ਆ ਨਿਕਲਿਆ ਵਾ। ਸੋ ਤੁਹਾਨੂੰ ਲੱਗਦਾ ਕਿ ਪੈਂਡੈਮਿਕ ਤੋਂ ਬਾਅਦ ਇਮੀਗ੍ਰੇਸ਼ਨ ਦੇ ਵਿੱਚ ਵੀ ਚੇਂਜਸ ਆਉਣਗੀਆਂ ਤੇ ਐਕਸਪ੍ਰੈਸ ਐਂਟਰੀ ਦੇ ਪ੍ਰੋਗਰਾਮ ਦੇ ਨਾਲ ਕੈਨੇਡੀਅਨ ਇਮੀਗ੍ਰੇਸ਼ਨ ਐਕਸਪ੍ਰੈਸ ਦਾ ਵੀ ਚੱਲੇਗਾ ਐਕਸਪੀਰੀਅੰਸ ਕਲਾਸ ਦਾ? ਤਰਨ ਇਹ ਸਾਰਾ ਕੁਝ ਡਿਪੈਂਡ ਕਰੇਗਾ ਕਿ ਹਾਲਾਤ ਕਿਸ ਤਰ੍ਹਾਂ ਅੱਗੇ ਜਾ ਰਹੇ ਨੇ, ਬਿਕੋਜ਼ ਜਿਸ ਤਰ੍ਹਾਂ ਓਮਿਕਰੋਨ ਦੇ ਕੇਸਿਸ ਵੱਧ ਰਹੇ ਨੇ, ਜੇ ਅਸੀਂ ਟਰੈਵਲ ਰਿਸਟ੍ਰਿਕਸ਼ਨਸ ਵੱਲ ਦੁਬਾਰਾ ਦੇਖਦੇ ਹਾਂ, ਜੇ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ, ਰਿਸਟ੍ਰਿਕਸ਼ਨਸ ਲੱਗਦੀਆਂ ਹੈਗੀਆਂ ਤੇ ਵਿਦ ਇਨ ਕੈਨੇਡਾ ਐਪਲੀਕੈਂਟਸ ਦੇ ਉੱਤੇ ਫਿਰ ਫੋਕਸ ਆ ਜਾਏਗਾ ਐਂਡ ਉਹਦੇ ਵਿੱਚ TR to PR ਵਰਗੇ ਪ੍ਰੋਗਰਾਮ ਦੁਬਾਰਾ ਆਉਣ ਦੀ ਉਮੀਦ ਹੈਗੀ ਹੈ। ਤੁਹਾਨੂੰ ਯਾਦ ਹੋਏਗਾ ਜਦੋਂ 75 ਦੇ ਡਰਾਅ ਦੇ ਉੱਤੇ ਐਪਲੀਕੇਸ਼ਨਾਂ ਪਿਕ ਹੋਈਆਂ ਸੀ 27,332 ਤੇ ਹਰ ਐਪਲੀਕੈਂਟ ਜਿਹਦਾ ਸਕੋਰ 75 ਵਾਸ ਦਾ ਮਿਨੀਮਮ ਸਕੋਰ, ਸੋ ਉਹ ਤੋਂ ਉੱਪਰ ਜਿੰਨੇ ਵੀ ਐਪਲੀਕੈਂਟ ਸੀਗੇ, ਜਿਨ੍ਹਾਂ ਦੀ ਵੀ ਐਪਲੀਕੇਸ਼ਨ ਲੱਗੀਆਂ ਸੀ, ਐਵਰੀਬਡੀ ਗॉट ਪਿਕਡ ਅਪ। ਉਸ ਤੋਂ ਬਾਅਦ ਫੈਬਰਰੀ 13 ਦੀ ਗੱਲ ਹੈਗੀ ਹੈ। ਉਸ ਤੋਂ ਬਾਅਦ TR to PR ਆ ਗਿਆ ਮੇ ਦੇ ਵਿੱਚ, ਜਿਹਦੇ ਵਿੱਚ ਹੈਲਥ ਕੇਅਰ ਦੇ ਵਿੱਚ ਅਸੈਂਸ਼ੀਅਲ ਵਰਕਰਸ, ਨਾਨ ਅਸੈਂਸ਼ੀਅਲ ਵਰਕਰਸ, ਕੈਸ਼ੀਅਰਸ, ਹਰ ਇੱਕ ਆਕੂਪੇਸ਼ਨ ਤਕਰੀਬਨ ਪਿਕ ਹੋ ਗਿਆ ਐਂਡ ਈਵਨ ਫॉर दैट ਮੈਟਰ ਜਿਹੜੇ ਸਟੂਡੈਂਟਸ ਪਾਸ ਆਊਟ ਹੀ ਹੋਏ ਸੀਗੇ ਅਪ੍ਰੈਲ ਦੇ ਵਿੱਚ, ਜਿਨ੍ਹਾਂ ਨੇ ਕੋਰਸ ਕੰਮ ਖਤਮ ਕੀਤਾ ਸੀਗਾ, ਹਾਲੇ ਉਹਨਾਂ ਦੀ ਪੋਸਟ ਗ੍ਰੈਡ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗੀਆਂ ਸੀਗੀਆਂ ਤੇ ਜਾਂ ਜਿਨ੍ਹਾਂ ਦੇ ਕੋਲ ਇੱਕ ਦਿਨ ਦਾ ਵੀ ਐਕਸਪੀਰੀਅੰਸ ਸੀਗਾ, ਉਹ ਵੀ TR to PR ਦੇ ਵਿੱਚ ਕੁਆਲੀਫਾਈ ਹੋ ਗਏ ਐਂਡ ਅੱਜ ਦੀ ਤਰੀਕ ਦੇ ਵਿੱਚ ਤਰਨ ਕੈਨੇਡਾ ਇਜ਼ ਅ ਲੈਂਡ ਆਫ ਇਮੀਗ੍ਰੈਂਟਸ। ਅਸੀਂ ਕੈਨੇਡਾ ਕੈਨ ਨਾਟ ਸਰਵਾਈਵ ਵਿਦਆਊਟ ਇਮੀਗ੍ਰੈਂਟਸ। ਅੱਜ ਦੀ ਤਰੀਕ ਦੇ ਵਿੱਚ ਤੁਸੀਂ ਹਰ ਤੀਜਾ ਜਿਹੜਾ ਬਿਜ਼ਨਸਮੈਨ ਦੇਖਦੇ ਹੋ ਉਹ ਇਮੀਗ੍ਰੈਂਟ ਹੈਗਾ ਆ। ਹੈਲਥ ਕੇਅਰ ਸੈਕਟਰ ਦੇ ਵਿੱਚ ਹਰ ਚੌਥਾ ਵਰਕਰ ਜਿਹੜਾ ਹੈਗਾ ਆ ਉਹ ਨਿਊ ਕਮਰ ਹੈਗਾ, ਹਰ ਤੀਜਾ ਵਰਕਰ ਜਿਹੜਾ ਹੈਗਾ ਇਮੀਗ੍ਰੈਂਟ ਹੈਗਾ। ਸੋ ਕੈਨੇਡਾ ਇਮੀਗ੍ਰੈਂਟ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਵੈਨਕੂਵਰ ਤੋਂ ਗੱਲ ਕਰ ਰਿਹਾ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀ, ਜਿੱਦਾਂ ਮੈਂ ਪੇਰੈਂਟਸ ਦਾ ਰਜਿਸਟਰ ਵੀਜ਼ਾ ਅਪਲਾਈ ਕੀਤਾ, ਮੈਂ PR ਹਾਂ ਇੱਥੇ 2 ਮਹੀਨੇ ਹੋ ਗਏ। ਲਾਸਟ ਅਕਤੂਬਰ ਦੇ ਵਿੱਚ ਉਹਨਾਂ ਦੇ ਬਾਇਓਮੈਟ੍ਰਿਕ ਡਨ ਹੋ ਗਏ ਸੀਗੇ। ਮੈਂ ਨਿਊ ਪੋਰਟਲ ਦੇ ਵਿੱਚ ਅਪਲਾਈ ਕੀਤਾ ਬਟ ਉਹਦਾ ਕੋਈ ਰਿਜ਼ਲਟ ਨਹੀਂ ਆਇਆ। ਕੋਈ ਦੁਬਾਰਾ ਆਪਾਂ ਅਪਲਾਈ ਕਰ ਸਕਦੇ ਹਾਂ ਜਾਂ ਕੋਈ ਵੈਬ ਫਾਰਮ ਰਾਹੀਂ ਉਹਨਾਂ ਨੂੰ ਪੁੱਛ ਸਕਦੇ ਹਾਂ ਆਪਾਂ ਇੱਦਾਂ? ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਪ੍ਰੋਗਰਾਮ ਵਿੱਚ ਕਾਲ ਕੀਤਾ। ਥੈਂਕ ਯੂ ਜੀ। ਜੀ ਸਰ। ਵੀਰ ਜੀ, ਸੈਪਟੈਂਬਰ 7 ਤੋਂ ਬਾਅਦ ਨਵੀਆਂ ਐਪਲੀਕੇਸ਼ਨਸ ਲੱਗਣੀਆਂ ਸ਼ੁਰੂ ਹੋਈਆਂ ਸੀਗੀਆਂ ਐਂਡ ਉਦੋਂ ਗਵਰਨਮੈਂਟ ਨੇ ਕਿਹਾ ਸੀਗਾ ਜੇ ਤੁਹਾਡੀ ਪ੍ਰੀ ਐਗਜ਼ਿਸਟਿੰਗ ਐਪਲੀਕੇਸ਼ਨ ਵੀ ਹੈਗੀ ਹੈ ਤੇ ਯੂ ਕੈਨ ਪੁੱਟ ਅਪ ਅ ਨਿਊ ਐਪਲੀਕੇਸ਼ਨ। ਤੁਹਾਨੂੰ ਅੱਜ ਨਵੀਂ ਐਪਲੀਕੇਸ਼ਨ ਪੁੱਟ ਅਪ ਕਰਨ ਦੀ ਲੋੜ ਨਹੀਂ, ਬਿਕੋਜ਼ ਤੁਹਾਡੀ ਐਪਲੀਕੇਸ਼ਨ ਨਵੇਂ ਪੋਰਟਲ ਦੇ ਵਿੱਚ ਸੈਪਟੈਂਬਰ 7 ਤੋਂ ਬਾਅਦ ਹੀ ਗਈ ਹੋਈ ਹੈ। ਸੋ ਇਟ ਇਜ਼ ਬੇਸਿਕਲੀ ਓਮਿਕਰੋਨ ਦੇ ਕੇਸਿਸ ਵਧਣ ਦੇ ਕਾਰਨ ਥੋੜ੍ਹਾ ਜਿਹਾ ਚੀਜ਼ਾਂ ਫਿਰ ਸਲੋ ਡਾਊਨ ਹੋਈਆਂ, ਬਟ
hopefully your application would get done. So just wait and watch. ਤੁਹਾਨੂੰ ਨਵੀਂ ਕੋਈ ਵੈਬ ਫਾਰਮ ਭਰਨ ਵਗੈਰਾ ਦੀ ਕੋਈ ਲੋੜ ਨਹੀਂ ਹੈਗੀ। ਆਪਾਂ ਇਮੀਗ੍ਰੇਸ਼ਨ ਦੇ ਬਾਰੇ 'ਚ ਗੱਲ ਕਰ ਰਹੇ ਸੀ। 4,11,000 ਹੁਣ 2022 ਦਾ ਲਗਭਗ ਟੀਚਾ ਹੋਏਗਾ ਤੇ ਅਜਿਹੇ ਦੇ ਵਿੱਚ ਓਮਿਕਰੋਨ ਵੇਰੀਐਂਟ ਕਰਕੇ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ 14,000 ਕੇਸਿਸ ਇਕੱਲੇ ਓਨਟਾਰੀਓ 'ਚ ਆਏ ਨੇ। ਕੀ ਲੱਗ ਰਿਹਾ ਚਾਂਸਿਸ ਆਰ ਕਿ ਜੇ ਟਰੈਵਲ ਰਿਸਟ੍ਰਿਕਸ਼ਨਸ ਤੇ ਕੋਈ ਹੋ ਸਕਦਾ ਹੈ ਇਸ ਦੇ ਨਾਲ ਅਸਰ ਹੋਏਗਾ, ਕਿਉਂਕਿ ਕਿਊਬੈਕ ਵਿੱਚ ਵੀ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਸੋ ਹਰ ਮੁਲਕ ਇਸ ਵਕਤ ਰਿਸਟ੍ਰਿਕਸ਼ਨਸ ਵੱਲ ਅੱਗੇ ਵਧ ਰਿਹਾ। ਤਰਨ ਇਟਸ ਅਨਫੋਰਚੂਨੇਟ ਕਿ ਜਿਸ ਤਰ੍ਹਾਂ ਇਹ ਵੇਰੀਐਂਟ ਦੇ ਕੇਸਿਸ ਵੱਧ ਰਹੇ ਹੈਗੇ ਨੇ। ਮੈਂ ਤਾਂ ਇੱਕੋ ਹੀ ਚੀਜ਼ ਕਹਾਂਗਾ ਜੀ, ਆਪ ਵੀ ਸੇਫ ਰਹੋ, ਆਪਣੇ ਆਸ-ਪਾਸ ਵਾਲੇ ਦੋਸਤਾਂ ਮਿੱਤਰਾਂ ਨੂੰ ਵੀ ਸੇਫ ਰੱਖੋ ਐਂਡ ਜਿੰਨੀ ਕੁ ਪ੍ਰੀਕਾਸ਼ਨਸ ਲੈ ਸਕਦੇ ਹੋ ਉਨੀ ਪ੍ਰੀਕਾਸ਼ਨਸ ਲਓ। ਉਹਦਾ ਰੀਜ਼ਨ ਹੈਗਾ ਆ ਕਿ ਅਸੀਂ ਸੇਫ ਹੋਵਾਂਗੇ ਤੇ ਸਾਡੇ ਆਸ-ਪਾਸ ਵਾਲੇ ਸੇਫ ਹੋਣਗੇ ਤੇ ਇਕਨੋਮੀ ਗਰੋ ਕਰੇਗੀ। ਐਂਡ ਜੇ ਟਰੈਵਲ ਰਿਸਟ੍ਰਿਕਸ਼ਨਸ ਵਾਲੇ ਪਾਸੇ ਜਾਂਦੇ ਆ ਤੇ ਇਕਨੋਮੀ ਇੱਕਦਮ ਦੁਬਾਰਾ ਕੋਲੈਪਸ ਕਰ ਜਾਏਗੀ, ਦੁਬਾਰਾ ਡਿੱਗ ਪਏਗੀ, ਫਿਰ ਦੁਬਾਰਾ ਖੜੇ ਹੋਣ ਦੇ ਵਿੱਚ ਟਾਈਮ ਲੱਗੇਗਾ। ਤੁਹਾਨੂੰ 6-8 ਡੇਢ ਸਾਲ ਦੇ ਵਿੱਚ ਅਗਸਤ ਤੋਂ ਬਾਅਦ ਜਾ ਕੇ ਇਕਨੋਮੀ ਰਿਵਾਈਵਲ ਦੇ ਵਾਲੇ ਪਾਸੇ ਤੁਰਨੀ ਸ਼ੁਰੂ ਹੋਈ ਸੀ। ਜੌਬ ਓਪਰਚੁਨਿਟੀਜ਼ ਇੰਨੀਆਂ ਕ੍ਰੀਏਟ ਹੋ ਗਈਆਂ ਸੀਗੇ ਕਿ ਸਾਨੂੰ ਲੱਗ ਰਿਹਾ ਸੀਗਾ ਕਿ 1 ਮਿਲੀਅਨ 1 ਮਿਲੀਅਨ ਦੇ ਆਸ-ਪਾਸ ਸਾਡੇ ਕੋਲ ਓਪਨਿੰਗਸ ਹੈਗੀਆਂ, ਇਹਨੂੰ ਅਸੀਂ ਕਿਸ ਤਰ੍ਹਾਂ ਫੁੱਲਫਿਲ ਕਰ ਸਕਦੇ ਹਾਂ। ਬਿਜ਼ਨਸ ਗਰੋ ਹੋ ਰਹੇ ਸੀਗੇ, ਸਾਰਾ ਕੁਝ ਨਾਰਮਲ ਵਾਲੇ ਪਾਸੇ ਤੁਰ ਪਿਆ ਸੀਗਾ। ਬਟ ਜੇ ਟਰੈਵਲ ਰਿਸਟ੍ਰਿਕਸ਼ਨਸ ਆਉਂਦੀਆਂ ਤੇ ਇਟ ਵਿਲ ਨਾਟ ਬੀ ਗੁੱਡ ਫॉर ਐਨੀ ਇਕਨੋਮੀ, ਇਟ ਵਿਲ ਨਾਟ ਬੀ ਗੁੱਡ ਫॉर ਇਮੀਗ੍ਰੇਸ਼ਨ, ਇਟ ਵਿਲ ਬੀ ਨਾਟ ਗੁੱਡ ਫॉर ਐਨੀਬਡੀ ਐਜ਼ ਸੱਚ, ਬਿਕੋਜ਼ ਈਵਨ ਫੈਡਰਲ ਗਵਰਨਮੈਂਟ ਜਿੰਨਾ ਸਪੋਰਟ ਕਰ ਸਕਦੀ ਸੀ, ਜਿੰਨਾ ਆਪਣੇ ਉੱਤੇ ਬਰਡਨ ਲੈ ਸਕਦੀ ਸੀਗੀ, ਉਹ ਲੈ ਚੁੱਕੀ ਹੈਗੀ ਹੈ। ਐਂਡ 1.5 ਸਾਲ ਦੇ ਵਿੱਚ ਆਈ ਥਿੰਕ ਦ ਕਾਈਂਡ ਆਫ ਦ ਵੇਜ਼ ਪ੍ਰੋਵਿੰਸ਼ੀਅਲ ਐਂਡ ਫੈਡਰਲ ਗਵਰਨਮੈਂਟ ਹੈਵ ਬਿਹੇਵਡ ਐਂਡ ਸਪੋਰਟਡ ਦਾ ਐਵਰੀਬਡੀ, ਆਈ ਥਿੰਕ ਉਹਨੂੰ ਵੀ ਸੈਲਿਊਟ ਕਰਨਾ ਬਣਦਾ ਆ। ਬਟ ਅੱਜ ਜੇ ਅੱਗੇ ਐਕਸਟੈਂਡ ਹੁੰਦਾ ਆ ਤੇ ਇਟ ਵਿਲ ਨਾਟ ਬੀ ਈਜ਼ੀ ਫॉर ਐਨੀਬਡੀ। ਸੋ ਹੋਪ ਕਰੋ ਕਿ ਜੀ ਬਾਬਾ ਜੀ ਨੂੰ ਦੁਆ ਹੀ ਕਰੋ ਕਿ ਸਾਰੀਆਂ ਚੀਜ਼ਾਂ ਠੀਕ ਹੋ ਜਾਣ ਤੇ ਆਪਣੇ ਆਪ ਨੂੰ ਸੇਫ ਜਿੰਨਾ ਕੁ ਰੱਖ ਸਕਦੇ ਹੋ। ਜੇ ਵੈਕਸੀਨੇਸ਼ਨ ਲਗਵਾਉਣੀ ਹੈਗੀ ਹੈ, ਤੁਹਾਡੀ ਬੂਸਟਰ ਡੋਜ਼ ਡਿਊ ਹੈਗੀ ਹੈ, ਉਹਦੇ ਵਾਲੇ ਪਾਸੇ ਧਿਆਨ ਦਿਓ ਐਂਡ ਲੈਟਸ ਹੋਪ ਕਿ ਐਵਰੀਥਿੰਗ ਗੈਟਸ ਬੈਕ। ਕਿੰਨਾ ਕੁ ਜ਼ਰੂਰੀ ਹੈ ਇਸ ਟਾਈਮ ਦੇ ਵਿੱਚ ਕਿ ਸਟੂਡੈਂਟਸ ਖਾਸ ਤੌਰ ਤੇ ਜਿਹੜੇ ਪਾਸ ਆਊਟ ਹੋਏ ਨੇ, ਹਜੇ ਕੋਈ ਐਕਸਪੀਰੀਅੰਸ ਨਹੀਂ ਹੈਗਾ, ਸੋ ਕਿ ਆਪਣਾ ਉਹ ਐਟਲੀਸਟ ਪ੍ਰੋਫਾਈਲ ਕ੍ਰੀਏਟ ਕਰਕੇ ਰੱਖ ਲੈਣ। ਚਾਂਸਸ ਆਰ ਕਿ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੋਈ ਪਾਇਲਟ ਪ੍ਰੋਜੈਕਟ ਐਵੇਂ ਦਾ ਆ ਸਕਦਾ ਆ। ਤਰਨ ਪ੍ਰੋਫਾਈਲ ਕ੍ਰੀਏਟ ਕਰਨ ਜਾਂ ਨਾ ਕਰਨ, ਪ੍ਰੋਫਾਈਲ ਤਾਂ ਹੀ ਕ੍ਰੀਏਟ ਹੋਏਗਾ ਜੇ ਐਕਸਪ੍ਰੈਸ ਐਂਟਰੀ ਵਾਲੇ ਪਾਸੇ ਜਾਂਦੇ, ਜੇ 1 ਸਾਲ ਦਾ ਉਹਨਾਂ ਦਾ ਵਰਕ ਐਕਸਪੀਰੀਅੰਸ ਹੋ ਜਾਂਦਾ ਆ ਉਹ ਨੌਕ ਬੀ ਜਾਂ OAB ਦੇ ਵਿੱਚ। ਹੁਣ ਬਟ ਜੇ ਇਹ ਰਿਸਟ੍ਰਿਕਸ਼ਨਸ ਆ ਜਾਂਦੀਆਂ ਤੇ ਹੋ ਸਕਦਾ ਕਿ TR to PR ਵਰਗਾ ਦੁਬਾਰਾ ਪ੍ਰੋਗਰਾਮ ਗਵਰਨਮੈਂਟ ਇਨੀਸ਼ੀਏਟ ਕਰੇ ਐਂਡ ਉਹਦੇ ਵਾਸਤੇ ਯੂ ਆਰ ਰਾਈਟ, ਦੇ ਹੈਵ ਟੂ ਬੀ ਪ੍ਰੀਪੇਅਰਡ ਫॉर दैट। ਉਹਦੇ ਵਾਸਤੇ ਹਰ ਐਪਲੀਕੈਂਟ ਦੇ ਕੋਲ ਆਈਲੈਟਸ ਕੀਤਾ ਹੋਣਾ ਚਾਹੀਦਾ ਹੈ। ਜੇ ਤੁਹਾਡੀ ਡਿਗਰੀਜ਼ ਹੈਗੀਆਂ ਪੁਰਾਣੀਆਂ, ਬੈਚਲਰਸ ਜਾਂ ਮਾਸਟਰਸ ਕੀਤਾ ਹੋਇਆ ਬੈਕ ਹੋਮ, ਤੋਂ ਉਹਨੂੰ ਅਸੈਸ ਕਰਾ ਕੇ ਰੱਖੋ। ਨਾਲ ਦੀ ਨਾਲ ਜੌਬ ਵਾਲੇ ਪਾਸੇ ਧਿਆਨ ਦਿਓ। ਕੋਈ ਵੀ ਜੌਬ ਮਿਲਦੀ ਹੈ OAB C ਕੈਟੇਗਰੀ, D ਕੈਟੇਗਰੀ ਦੇ ਵਿੱਚ, ਜਾਂ ਜਿਹੜੀ ਤੁਸੀਂ ਪਿਛਲੇ ਜਿਹੜੀਆਂ ਜੌਬਸ ਸੀਗੀਆਂ ਜਿਨ੍ਹਾਂ ਦੇ ਵਿੱਚ TR to PR ਦੀਆਂ ਐਪਲੀਕੇਸ਼ਨਸ ਪਿਕ ਹੋਈਆਂ, ਐਸੈਂਸ਼ੀਅਲ ਨੌਨ ਐਸੈਂਸ਼ੀਅਲ, ਉਹਨਾਂ ਦੇ ਵਿੱਚ ਕੋਈ ਜੌਬਸ ਲੱਭਣ ਦੀ ਕੋਸ਼ਿਸ਼ ਕਰੋ। ਤੀਜੀ ਚੀਜ਼ ਹੈਗੀ ਹੈ ਸਭ ਤੋਂ ਇੰਪੋਰਟੈਂਟ ਕਿ ਜੇ ਤੁਹਾਡਾ EMPLOYER ਹੈਗਾ ਆ ਜਿਹੜਾ ਤੁਹਾਨੂੰ ਸਪੋਰਟ ਕਰ ਸਕਦਾ ਆ PNP ਵਾਸਤੇ, ਤੇ ਉਹਨਾਂ ਵਾਸਤੇ ਜ਼ਰੂਰ ਐਪਲੀਕੇਸ਼ਨ ਪੁੱਟ ਅਪ ਕਰਵਾ ਸਕਦੇ ਹੋ, ਬਿਕੋਜ਼ ਉਹ ਐਪਲੀਕੇਸ਼ਨਸ ਅੱਜ ਵੀ ਪ੍ਰੋਸੈਸ ਹੋ ਰਹੀਆਂ ਹੈਗੀਆਂ। ਐਂਡ ਬੀ ਪ੍ਰੀਪੇਅਰਡ, ਤੁਹਾਡੇ ਕੋਲ ਪੁਲਿਸ ਕਲੀਅਰੈਂਸ ਤੁਹਾਡੇ ਕੋਲ ਤਿਆਰ ਹੋਣਾ ਚਾਹੀਦਾ ਤਾਂ ਕਿ ਜਿਸ ਤਰ੍ਹਾਂ ਹੀ ਓਪਰਚੁਨਿਟੀਜ਼ ਖੁੱਲਦੀਆਂ ਹੈਗੀਆਂ ਯੋਰ ਐਪਲੀਕੇਸ਼ਨ ਗੋਜ਼ ਰਾਈਟ ਇਨ, ਤਾਂ ਕਿ ਤੁਹਾਨੂੰ ਕਿਸੇ ਚੀਜ਼ ਵਾਸਤੇ ਵੇਟ ਨਾ ਕਰਨਾ ਪਵੇ। ਜੀ ਆਈ ਮਿਸਡ ਐਨ ਓਪਰਚੁਨਿਟੀ ਬਿਕੋਜ਼ ਮੇਰੇ ਕੋਲ ਆਈਲੈਟਸ ਨਹੀਂ ਸੀਗਾ, that should not be your excuse, because ਇਹ ਗੋਲਡਨ ਓਪਰਚੁਨਿਟੀ ਹੋਏਗੀ ਤੁਹਾਡੇ ਵਾਸਤੇ, ਸਟੂਡੈਂਟਸ ਵਾਸਤੇ ਖਾਸ ਕਰ, ਜਾਂ ਜਿਹੜੇ ਵਰਕਰਸ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ। ਸੋ ਬੀ ਪ੍ਰੀਪੇਅਰਡ ਤਾਂ ਕਿ ਤੁਸੀਂ ਰਿਗਰੈਟ ਨਾ ਕਰ ਸਕੋ ਕਿਸੇ ਵੀ ਚੀਜ਼ ਦੇ ਉੱਤੇ ਕਿ ਜੇ ਆਹ ਚੀਜ਼ ਹੁੰਦੀ, ਆਹ ਚੀਜ਼ ਨਹੀਂ ਕਰਨੀ। ਜਿਵੇਂ ਆਈ ਐਮ ਆਲ ਪ੍ਰੀਪੇਅਰਡ ਐਂਡ ਆਈ ਐਮ ਆਲ ਸੈਟ ਫॉर दैट। ਨੋਵਾ ਸਕੋਸ਼ੀਆ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਪੈਂਡੈਮਿਕ ਦੇ ਵਿੱਚ ਨੋਵਾ ਸਕੋਸ਼ੀਆ ਕਾਫੀ ਜ਼ਿਆਦਾ ਹਾਈਲਾਈਟ ਹੋਇਆ ਤੇ ਖਾਸ ਤੌਰ ਤੇ ਯੂਥ ਨੇ ਨੋਵਾ ਸਕੋਸ਼ੀਆ ਨੂੰ ਕਾਫੀ ਜ਼ਿਆਦਾ ਚੂਜ਼ ਕੀਤਾ ਆ। ਤਰਨ Atlantic would be the new Ontario. Atlantic would be the new GTA. So ਇਸ ਤਰ੍ਹਾਂ ਦੀਆਂ ਰਿਊਮਰਸ ਹੈਗੀਆਂ ਐਂਡ ਹੋਪਫੁਲੀ ਥੀਸ ਰਿਊਮਰਸ ਟਰਨ ਆਊਟ ਟੂ ਬੀ ਟਰੂ। ਤੁਸੀਂ ਦੇਖੋ ਕਿ 30 ਸਾਲ ਪਹਿਲੇ ਜਾਂ 40 ਸਾਲ ਪਹਿਲੇ ਜਿਹੜੇ ਇਮੀਗ੍ਰੈਂਟਸ ਓਨਟਾਰੀਓ ਚ ਆ ਕੇ ਵਸੇ ਸੀਗੇ ਜਾਂ BC ਦੇ ਵਿੱਚ ਜਾਂ ਵੈਂਕੂਵਰ ਸਰੀ ਏਰੀਆ ਦੇ ਵਿੱਚ ਵਸੇ ਸੀਗੇ, ਉਹ ਕਿੰਨੇ ਗਰੋ ਕੀਤੇ ਨੇ। ਦੇ ਹੈਵ ਗਰੋਨ ਮਲਟੀਫੋਲਡ। ਜਿਨ੍ਹਾਂ ਨੇ ਪ੍ਰੋਪਰਟੀ ਲੈ ਕੇ ਰੱਖੀਆਂ ਹੋਈਆਂ ਸੀਗੀਆਂ, $multi-million ਦੀ ਪ੍ਰੋਪਰਟੀਜ਼ ਹੋ ਗਈਆਂ ਉਹ ਸਾਰੀਆਂ। ਇਸੇ ਤਰ੍ਹਾਂ ਨੋਵਾ ਸਕੋਸ਼ੀਆ ਜਾਂ ਅਟਲਾਂਟਿਕ ਦੀ ਇਕਨੋਮੀ ਜਿਸ ਤਰ੍ਹਾਂ ਗਰੋ ਕਰ ਰਹੀ ਹੈ, ਦੇਰ ਆਰ ਲੋਟ ਆਫ ਓਪਰਚੁਨਿਟੀਜ਼ ਐਟ ਦਿਸ ਮੋਮੈਂਟ ਐਂਡ ਜੇ ਕੋਈ ਵੀ ਦੋਸਤ ਉੱਥੇ ਇਮੀਗ੍ਰੇਟ ਕਰਦਾ ਹੈ ਜਾਂ ਉੱਥੇ ਮੂਵ ਕਰਦਾ ਹੈ, ਇਟ ਵਿਲ ਬੀ ਅ ਗੁੱਡ ਫॉर ਯੂ। ਐਂਡ ਈਵਨ ਜਿਹੜੇ ਨੋਵਾ ਸਕੋਸ਼ੀਆ ਦੇ ਸਾਡੇ ਪ੍ਰੀਮੀਅਰ ਹੈਗੇ ਨੇ, ਉਹਨਾਂ ਨੇ ਵੀ ਸਟੇਟਮੈਂਟਸ ਆਈ ਦਿੱਤੀਆਂ, ਮੋਰ ਪੀਪਲ ਮੇਕ ਅਸ ਸਟਰੋਂਗਰ ਇਨ ਐਵਰੀ ਡੇ ਐਂਡ ਵੀ ਵਾਂਟ ਅ ਸਟਰੋਂਗਰ ਇਕੋਨਮੀ, ਰੋਬਸਟ ਇਕੋਨਮੀ, ਵੀ ਵਾਂਟ ਮਲਟੀਕਲਚਰਲ ਇਕੋਨਮੀ ਐਂਡ ਦੇ ਆਰ ਵਰਕਿੰਗ ਟੁਵਰਡਸ दैट। ਤਰਨ
ਜਿਹੜਾ ਐਟਲਾਂਟਿਕ ਦਾ ਪਾਇਲਟ ਚੱਲ ਰਿਹਾ ਸੀਗਾ ਉਹ 2022 ਜਨਵਰੀ ਔਨਵਰਡਸ ਪੱਕਾ ਕਰ ਦਿੱਤਾ ਗਿਆ। ਇਟ ਵਿਲ ਬੀ ਅ ਆਨਗੋਇੰਗ ਪਰਮਨੈਂਟ ਪ੍ਰੋਗਰਾਮ। ਸੋ ਅਟਲਾਂਟਿਕ ਬਿਕੋਜ਼ ਸਕਸੈਸਫੁਲ ਪ੍ਰੋਗਰਾਮ ਰਿਹਾ, ਜਿੰਨੇ ਇੰਟਰਪ੍ਰੀਨਿਓਰਸ ਆਏ ਨੇ, ਜਿੰਨੇ ਇਮੀਗ੍ਰੈਂਟਸ ਆਏ ਨੇ, ਉਹਦੇ ਵਿੱਚ ਕੱਲਾ ਨੋਵਾ ਸਕੋਸ਼ੀਆ ਇਜ਼ ਵਨ ਪ੍ਰੋਵਿੰਸ ਜਿੱਥੇ 76% ਰਿਟੈਂਸ਼ਨ ਰੇਟ ਹੈਗਾ ਹੈ। ਸਿਰਫ 24% ਲੋਕੀ ਲੈਂਡ ਕੀਤੇ ਐਂਡ ਦੇ ਮੂਵ ਟੂ ਅਦਰ ਪੈਸਚਰਸ, ਬਟ 76% ਲੋਕੀ ਉੱਥੇ ਸਟਿਕ ਕੀਤੇ ਨੇ। ਦੇ ਚੋਜ਼ ਨੋਵਾ ਸਕੋਸ਼ੀਆ ਐਜ਼ ਦ ਲੈਂਡ ਟੂ ਸਟੇ ਬਿਕੋਜ਼ ਓਪਰਚੁਨਿਟੀਜ਼ ਬਹੁਤ ਹੈਗੀਆਂ ਉੱਥੇ। ਅੱਜ ਵੀ ਘਰ ਘੱਟ ਸਸਤੇ ਹੈਗੇ ਨੇ, ਓਪਰਚੁਨਿਟੀਜ਼ ਬਿਜ਼ਨਸ ਦੀਆਂ ਬਹੁਤ ਹੈਗੀਆਂ, ਬੜੇ ਫਸਟ ਕਲਾਸ ਪ੍ਰਾਈਸਿਸ ਤੇ ਤੁਹਾਨੂੰ ਬਿਜ਼ਨਸ ਮਿਲਦੇ ਨੇ, ਇੰਸ਼ੋਰੈਂਸਿਸ ਕੰਮ ਹੈਗੀਆਂ। ਸੋ ਖਰਚੇ ਘੱਟ ਹੈਗੇ ਨੇ ਐਂਡ ਓਪਰਚੁਨਿਟੀਜ਼ ਆਫ ਗਰੋਥ ਆਰ ਮਚ ਮੋਰ ਸਟਰੋਂਗਰ ਦੇਅਰ। ਸੋ ਜੇ ਨੋਵਾ ਸਕੋਸ਼ੀਆ ਤੁਹਾਨੂੰ ਓਪਰਚੁਨਿਟੀ ਮਿਲਦੀ ਹੈ, ਡੂ ਨੋਟ ਈਵਨ ਥਿੰਕ। ਅੱਜ ਦੀ ਤਰੀਕ ਦੇ ਵਿੱਚ ਈਵਨ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਨੇ ਮਿਸਟਰ ਸੀਨ ਫਰੇਜ਼ਰ, ਹੀ ਆਲਸੋ ਕਮਸ ਫਰੋਮ ਰਾਈਡਿੰਗ ਇਨ ਹੈਲੀਫੈਕਸ, ਨੋਵਾ ਸਕੋਸ਼ੀਆ ਤੋਂ ਆਉਂਦੇ ਨੇ ਜੀ। ਬਿਲਕੁਲ। ਐਂਡ ਹੀ ਨੋਜ਼ ਕਿ ਉੱਥੇ ਕੀ ਸ਼ਾਰਟਫਾਲਸ ਬਿਜ਼ਨਸਮੈਨ ਨੂੰ ਝੇਲਣੀਆਂ ਪਈਆਂ ਹੈਗੀਆਂ, ਸ਼ਾਰਟੇਜ ਆਫ ਲੇਬਰ ਕਿਸ ਤਰ੍ਹਾਂ ਝੇਲਣੀ ਪਈ ਹੈ। ਐਂਡ ਹੀ ਵਿਲ ਕਮ ਅਪ ਐਂਡ ਹੀ ਵਿਲ ਸਪੋਰਟ ਦੋਜ਼ ਪ੍ਰੋਵਿੰਸਿਸ ਬਿਕੋਜ਼ ਹੀ ਕਮਸ ਫਰੋਮ ਦੈਟ ਏਰੀਆ ਐਂਡ ਹੀ ਵੁੱਡ ਲਾਈਕ ਟੂ ਪ੍ਰਮੋਟ ਕਿ ਉਹ ਸ਼ਾਰਟਫਾਲਸ ਉਹਨਾਂ ਦੇ ਟੈਨਿਓਰ ਦੇ ਵਿੱਚ ਸਾਰੀਆਂ ਖਤਮ ਹੋ ਸਕਣ। ਸੋ ਅੱਜ ਦੀ ਤਰੀਕ ਦੇ ਵਿੱਚ ICC ਇਮੀਗ੍ਰੇਸ਼ਨ ਦੇ ਕੋਲ ਵੀ ਕਾਫੀ ਓਪਨਿੰਗਸ ਹੈਗੀਆਂ ਹੌਸਪਿਟੈਲਿਟੀ ਸੈਕਟਰ ਦੀਆਂ। ਹੌਸਪਿਟੈਲਿਟੀ ਸੈਕਟਰ ਦੀਆਂ ਓਪਨਿੰਗਸ ਹੈਗੀਆਂ, ਸਾਡੇ ਕੋਲ ਰੈਸਟੋਰੈਂਟ ਦੀਆਂ ਓਪਨਿੰਗਸ ਹੈਗੀਆਂ, ਹੋਟਲ ਦੀਆਂ ਓਪਨਿੰਗਸ ਹੈਗੀਆਂ, ਕੁਕਸ ਦੀਆਂ, ਸਰਵਰਸ ਦੀਆਂ ਓਪਨਿੰਗਸ ਹੈਗੀਆਂ, ਰੈਸਟੋਰੈਂਟ ਸੁਪਰਵਾਈਜ਼ਰਸ ਦੀਆਂ ਓਪਨਿੰਗਸ ਹੈਗੀਆਂ, ਰੂਮ ਕਲੀਨਰਸ ਦੀਆਂ ਓਪਨਿੰਗਸ ਹੈਗੀਆਂ, ਫਰੰਟ ਡੈਸਕ ਕਲਰਕ ਦੀਆਂ ਓਪਨਿੰਗਸ ਹੈਗੀਆਂ। ਮਿਨੀਮਮ ਗ੍ਰੇਡ 12 ਜੇ ਤੁਹਾਡੇ ਕੋਲ ਹੈਗੀ ਹੈ, ਏਜ 55 ਸਾਲ ਤੋਂ ਘੱਟ ਹੈਗੀ ਹੈ, ਤੇ ਕਿੱਥੇ ਕਿਹੜੇ ਕੈਨੇਡਾ ਦੇ ਸੂਬਾ ਹੈਗਾ ਜਾਂ ਕਿਹੜਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਤੁਸੀਂ PR ਲੈ ਸਕਦੇ ਹੋ। ਥੀਸ ਆਰ ਦ ਓਪਰਚੁਨਿਟੀਜ਼ ਓਨਲੀ ਇਨ ਐਟਲਾਂਟਿਕ ਐਟ ਦਿਸ ਮੋਮੈਂਟ। ਸੋ 4 ਬੈਂਡ ਆਈਲੈਟ ਦੇ ਚਾਹੀਦੇ ਨੇ, ਗ੍ਰੇਡ 12 ਚਾਹੀਦਾ ਹੈਗਾ ਆ, ਘੱਟੋ ਘੱਟ 1 ਸਾਲ ਦਾ ਤਜਰਬਾ ਚਾਹੀਦਾ। ਤੁਸੀਂ ਵਿਦ ਫੈਮਿਲੀ PR ਵਾਸਤੇ ਕੁਆਲੀਫਾਈ ਹੋ ਸਕਦੇ ਹੋ। ਓਨਟਾਰੀਓ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਣਾ ਹੋਵੇ ਤੇ 30 ਸਾਲ ਤੋਂ ਬਾਅਦ ਤੁਹਾਡੇ ਪੁਆਇੰਟਸ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਐਂਡ ਅੱਜ ਦੀ ਤਰੀਕ ਦੇ ਵਿੱਚ 1.25 ਲੱਖ ਤੋਂ ਜ਼ਿਆਦਾ ਪ੍ਰੋਫਾਈਲਸ ਕ੍ਰੀਏਟਡ ਹੈਗੇ ਨੇ ਜਿਹੜੇ 400 ਪੁਆਇੰਟ ਤੋਂ ਉੱਪਰ ਬੈਠੇ ਨੇ। ਸੋ ਲੁੱਕ ਫॉर ਐਨ ਓਪਰਚੁਨਿਟੀ ਜਿਹੜੇ ਵਾਜ ਤੁਹਾਡੇ ਵਾਸਤੇ ਵਰਕ ਕਰ ਸਕੇ। ਸੋ ਇਨਫੋਰਮੇਸ਼ਨ ਲੈਣ ਵਾਸਤੇ ICC ਨਾਲ ਕੰਟੈਕਟ ਕਰੋ। ਐਂਡ ਸਿਮਿਲਰ ਓਪਰਚੁਨਿਟੀ ਸਾਡੇ ਕੋਲ ਹੈਲਥ ਕੇਅਰ ਸੈਕਟਰ ਦੀਆਂ ਹੈਗੀਆਂ, ਜੇ BSc ਨਰਸਿੰਗ ਕੀਤੀ ਹੋਈਆਂ, ਐਕਸਪੀਰੀਅੰਸ ਹੈਗਾ, ਆਈਲੈਟਸ ਹੈਗਾ, ਐਂਡ ਥੀਸ ਓਪਰਚੁਨਿਟੀਜ਼ ਆਰ ਰੀਅਲ। ਗੈਟ them। ਤੁਹਾਡੀ ਇੰਟਰਵਿਊ ਹੋਏਗੀ, LMI ਹੈ, ਤੁਸੀਂ ਕੈਨੇਡਾ ਵਰਕ ਪਰਮਿਟ ਤੇ ਕੈਨੇਡਾ ਲੈਂਡ ਕਰੋਗੇ, ਤੁਸੀਂ PNP ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਗੱਲ ਕਰਾਂਗੇ ਜੀ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਜੇ ਤਾਂ ਮੈਂ ਵਰਕ ਪਰਮਿਟ ਤੇ ਆ, ਸਟੱਡੀ ਤਾਂ ਕੀਤੀ ਨੂੰ ਬਹੁਤ ਚਿਰ ਹੋ ਗਿਆ ਇੰਡੀਆ ਛੱਡੀ ਨੂੰ ਜੀ, ਤੇ ਹੁਣ ਜਿੱਦਾਂ ਬਿਨਾਂ ਇੱਥੇ ਆਪਾਂ ਲਾ ਸਕਦੇ ਹਾਂ ਫਾਈਲ ਕੋਈ BC ਚ ਹੈ। ਮੈਂ ਤੇ BC ਤੋਂ ਬੋਲ ਰਿਹਾ। ਕਿਹੜੇ ਆਕੂਪੇਸ਼ਨ ਦੇ ਵਿੱਚ ਕੰਮ ਕਰ ਰਹੇ ਹੋ ਵੀਰ ਜੀ? ਮੈਂ ਟਰੱਕ ਡਰਾਈਵਰ ਹਾਂ ਜੀ। ਤੁਹਾਨੂੰ ਆਈਲੈਟਸ ਕਰਨਾ ਪਏਗਾ ਐਂਡ PNP ਪ੍ਰੋਗਰਾਮ ਐਗਜ਼ਿਸਟ ਕਰਦੇ ਪਏ ਨੇ ਜੀ ਤੁਹਾਡੇ ਵਾਸਤੇ ਵੀ। ਸਟੱਡੀ ਤੋਂ ਹੀ 75-76 ਦੀ ਛੱਡੀ ਹੋਈ ਹੈ। ਹੁਣ ਆਇਲਸ ਦਾ ਮੈਂ ਦਿੱਤਾ 2 ਵਾਰੀ ਟੈਸਟ ਦਿੱਤਾ ਆ, ਰੀਡਿੰਗ ਤੇ ਨਾ ਭੰਨਿਆ ਦੇ, ਬਾਕੀ ਨੰਬਰ ਤਾਂ ਠੀਕ ਆ ਗਏ ਸਾਰੇ। ਥੋੜੀ ਜੀ ਹਿੰਮਤ ਕਰੋ ਭਾਜੀ, ਆਪਣੇ ਵਾਸਤੇ, ਫੈਮਿਲੀ ਵਾਸਤੇ, ਸਾਰਿਆਂ ਵਾਸਤੇ ਇਨੀਸ਼ੀਏਟਿਵ ਲੈਣਾ ਤੁਸੀਂ। ਸੋ ਥੋੜਾ ਜਿਹਾ ਕਰੋਗੇ ਤੇ ਬੈਟਰ ਹੋਏਗਾ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਸੋ ਵਿਦਆਊਟ ਆਇਲਸ ਵੈਸੇ ਕੋਈ ਹੈ ਮੈਂ ਆਕੂਪੇਸ਼ਨ ਜਿਸ ਤੁਸੀਂ ਕਰ ਸਕਦੇ ਹੋ? ਤਰਨ ਅੱਜ ਦੀ ਤਰੀਕ ਦੇ ਵਿੱਚ ਕਾਫੀ ਸਾਰੇ ਆਕੂਪੇਸ਼ਨਸ ਹੈਗੇ ਨੇ ਜਿਹਦੇ CLB ਸਿਰਫ 4 ਚਾਹੀਦਾ ਆ। CLB 4 ਦਾ ਮਤਲਬ ਹੋਗਾ ਆਇਲਟਸ 4 ਬੈਂਡਸ ਚਾਹੀਦੇ ਨੇ। ਸੋ ਇੰਨੀ ਹਿੰਮਤ, ਬਿਕੋਜ਼ ਅਸੀਂ ਕੈਨੇਡਾ ਜੀ ਆਪਣਾ ਮੁਲਕ ਬਣਾਉਣ ਜਾ ਰਹੇ ਹਾਂ, ਆਪਣਾ ਹੋਮ ਟਾਊਨ ਬਣਾਉਣ ਜਾ ਰਹੇ ਹਾਂ, ਆਪਣਾ ਘਰ ਬਣਾਉਣ ਜਾ ਰਹੇ ਹਾਂ, ਤੇ ਇੰਨੀ ਮਿਹਨਤ ਕਰਨੀ ਬਣਦੀ ਹੈ ਕਿ ਅਸੀਂ 4 ਬੈਂਡ ਆਇਲਟਸ ਕਮਿਊਨੀਕੇਸ਼ਨ ਜੋ ਇੰਨੇ ਜੋਗੇ ਜ਼ਰੂਰ ਹੋਈਏ ਕਿ ਅਸੀਂ 4 ਬੈਂਡ ਲੈ ਸਕੀਏ। ਐਂਡ ਅੱਜ ਦੀ ਤਰੀਕ ਦੇ ਵਿੱਚ PNP ਪ੍ਰੋਗਰਾਮ ਸੈਸਕੈਚੁਅਨ ਨੇ ਵੀ ਸ਼ੁਰੂ ਕੀਤੇ ਹੋਏ ਆ, ਨੋਵਾ ਸਕੋਸ਼ੀਆ ਨੇ ਵੀ ਸ਼ੁਰੂ ਕੀਤੇ ਹੋਏ ਨੇ, ਓਨਟਾਰੀਓ ਨੇ ਵੀ ਸ਼ੁਰੂ ਕੀਤੇ ਹੋਏ ਨੇ, ਜਿਹੜੇ 4 ਬੈਂਡਸ ਦੇ ਨਾਲ ਤੁਸੀਂ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਈਵਨ ਨਿਊ ਬ੍ਰਾਂਜ਼ਵਿਕ ਵਿੱਚ ਵੀ ਇਹੋ ਜਿਹੇ ਪ੍ਰੋਗਰਾਮਸ ਹੈਗੇ ਨੇ। ਸੋ 4 ਬੈਂਡ ਲੈਣ ਦੇ ਵਿੱਚ ਤੁਹਾਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਹੈ, ਮਿਹਨਤ ਕਰਨੀ ਪਏਗੀ। ਐਬਸੋਲੂਟਲੀ ਤੁਹਾਨੂੰ ਹਿੰਮਤ ਕਰਨੀ ਚਾਹੀਦੀ ਹੈ, ਬਿਕੋਜ਼ ਤੁਸੀਂ ਇਕੱਲੇ ਆਪਣੇ ਵਾਸਤੇ ਨਹੀਂ, ਆਪਣੇ ਪੂਰੇ ਪਰਿਵਾਰ ਵਾਸਤੇ ਇਹ ਓਪਰਚੁਨਿਟੀ ਕ੍ਰੀਏਟ ਕਰਨ ਜਾ ਰਹੇ ਹੋ। ਬਿਲਕੁਲ ਸਰ, ਤੇ ਆਪਾਂ ਨੋਵਾ ਸਕੋਸ਼ੀਆ ਦੀ ਗੱਲ ਕਰ ਰਹੇ ਸੀਗੇ, ਤੁਸੀਂ ਕਿਹਾ ਓਪਰਚੁਨਿਟੀਜ਼ ਉੱਥੇ ਹੈਗੀਆਂ ਨੇ। ਸੋ 1 ਮਿਲੀਅਨ ਦਾ ਟੀਚਾ ਵੀ ਪੂਰਾ ਕੀਤਾ ਹਾਲ ਹੀ ਦੇ ਵਿੱਚ ਨੋਵਾ ਸਕੋਸ਼ੀਆ ਨੇ। ਸੋ ਕਾਫੀ ਜ਼ਿਆਦਾ ਲੋਕਾਂ ਦੀ ਇਸ ਵਕਤ ਪਸੰਦ ਬਣਦਾ ਜਾ ਰਿਹਾ ਨੋਵਾ ਸਕੋਸ਼ੀਆ। ਸੋ ਇਹਦੇ ਬਾਰੇ ਅਸੀਂ ਗੱਲ ਕਰਾਂਗੇ, ਨਾਲ ਦੀ ਨਾਲ ਅਸੀਂ ਕਾਲਸ ਵੀ ਲੈ ਲਈਏ। ਸੋ ਸਰਵਰ ਟੀਮ ਨੂੰ ਕਹਾਂਗੇ ਕਾਲਸ ਫਾਰਵਰਡ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਵਾਲ ਸੀਗਾ ਜੀ ਆਪਣਾ ਮਦਰ ਇਨ ਲਾਅ ਸੁਪਰਵਾਈਜ਼ਰ ਨੇ ਸਪਾਂਸਰ ਕਰਿਆ ਸੀਗਾ ਜੀ, 6-7 ਮਹੀਨੇ ਹੋ ਗਏ। ਉਹਨਾਂ ਦਾ ਕੁਝ ਨਹੀਂ ਆਇਆ, ਫਿੰਗਰਪ੍ਰਿੰਟ ਹੀ ਆਇਆ, ਮੈਡੀਕਲ ਨਹੀਂ ਆਇਆ। ਸਰ ਕੁਝ ਪੁੱਛਣਾ ਜਾਂ ਸਕਦੇ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ। ਠੀਕ ਹੈ ਜੀ ਸਰ।
ਓਕੇ, ਜਦੋਂ ਵੀ ਅਸੀਂ ਸੁਪਰ ਵੀਜ਼ਾ ਜਾਂ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਪੁੱਟ ਅਪ ਕਰਦੇ ਹਾਂ ਤੇ ਬਾਇਓਮੈਟ੍ਰਿਕਸ ਨਾਲ ਦੀ ਨਾਲ ਤਕਰੀਬਨ ਆ ਜਾਂਦੇ ਨੇ। ਸੋ ਉਸ ਤੋਂ ਬਾਅਦ ਡਿਵੈਲਪਮੈਂਟ ਕੀ ਹੈਗੀ ਹੈ ਕਿ ਸੈਪਟੈਂਬਰ 7 ਤੋਂ ਬਾਅਦ ਗਵਰਨਮੈਂਟ ਨੇ ਕਿਹਾ ਸੀਗਾ, ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੇ ਕਿਹਾ ਸੀ, IRCC ਨੇ ਕਿਹਾ ਸੀਗਾ ਕਿ ਤੁਸੀਂ ਨਵੀਂ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ ਬਿਕੋਜ਼ ਬੈਕਲੌਗ ਇਜ਼ ਹਿਊਜ। 4 ਲੱਖ ਤਕਰੀਬਨ 3,75,000 ਐਪਲੀਕੇਸ਼ਨ ਦਾ ਬੈਕਲੌਗ ਸੀਗਾ ਜਿਹੜੀ ਵਿਜ਼ਿਟ ਵੀਜ਼ਾ ਐਂਡ ਸੁਪਰ ਵੀਜ਼ਾ ਦੀ ਐਪਲੀਕੇਸ਼ਨਸ ਲੱਗੀਆਂ ਹੋਈਆਂ ਸੀਗੀਆਂ ਪਿਛਲੇ 18 ਮਹੀਨਿਆਂ ਦੇ ਵਿੱਚ। ਸੋ ਗਵਰਨਮੈਂਟ ਨੇ ਕਿਹਾ ਕਿ ਜੇ ਤੁਸੀਂ ਨਵੀਂ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ, ਜੇ ਚੇਂਜ ਆਫ ਸਰਕਮਸਟੈਂਸਿਸ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਪਿਛਲੇ ਐਪਲੀਕੇਸ਼ਨ ਦਾ ਹਵਾਲਾ ਦੇ ਕੇ ਤੁਸੀਂ ਐਕਸਪਲੇਨੇਸ਼ਨ ਦੇ ਨਾਲ ਆਪਣੀ ਐਪਲੀਕੇਸ਼ਨ लगाओगे तो चांसेस ऑफ यू गेटिंग द वीज़ा ਇਮੀਡੀਏਟਲੀ ਆਰ ਮੋਰ। ਸੋ ਉਸੇ ਤਰ੍ਹਾਂ ਹੋਇਆ ਵੀ ਹੈਗਾ ਜੀ। ਐਂਡ ਕੁਛ ਇੱਕ ਐਪਲੀਕੇਸ਼ਨਸ ਦਾ ਅਸੀਂ ਦੇਖਿਆ ਜਦੋਂ ਸੈਪਟੈਂਬਰ 7 ਤੋਂ ਬਾਅਦ ਲੱਗੀਆਂ ਤੇ ਇੱਕ ਦਿਨ ਤੋਂ ਬਾਅਦ 2 ਦਿਨ ਤੋਂ ਬਾਅਦ ਪਾਸਪੋਰਟ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਹੁਣ ਫਿਰ ਉਹ ਥੋੜਾ ਜਿਹਾ ਟਾਈਮ ਪੀਰੀਅਡ ਵਧਿਆ ਹੋਇਆ, 4 ਹਫ਼ਤੇ 8 ਹਫ਼ਤੇ 7 ਹਫ਼ਤੇ ਦੇ ਆਸ-ਪਾਸ ਚੱਲ ਰਿਹਾ ਹੈਗਾ, ਬਟ ਐਪਲੀਕੇਸ਼ਨਸ ਹਾਲੇ ਵੀ ਪ੍ਰੋਸੈਸ ਹੋ ਰਹੀਆਂ। ਸੋ ਜਿਹੜੇ ਬੈਕਲੌਗ ਹੈਗਾ ਉਹ ਹਲੇ ਉਹਨੂੰ ਪ੍ਰੋਸੈਸ ਹੁੰਦੇ ਟਾਈਮ ਲੱਗੇਗਾ। ਬਟ ਜੇ 7 ਤੋਂ ਬਾਅਦ ਤੁਸੀਂ ਐਪਲੀਕੇਸ਼ਨ ਨਵੀਂ ਲਗਾਉਣਾ ਚਾਹੁੰਦੇ ਹੋ ਤਾਂ ਇਹ ਤੁਸੀਂ ਬਿਲਕੁਲ ਪੁੱਟ ਅਪ ਕਰ ਸਕਦੇ ਹੋ ਐਂਡ ਯੂ should be doing that। ਬਿਲਕੁਲ ਜੀ। ਨੋਵਾ ਸਕੋਸ਼ੀਆ ਦੀ ਗੱਲ ਕਰਾਂ ਸੀ 1 ਮਿਲੀਅਨ ਦਾ ਟੀਚਾ ਪੂਰਾ ਕੀਤਾ ਗਿਆ ਵਾ। ਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਿੱਚ? ਤਰਨ, ਜਿਸ ਤਰ੍ਹਾਂ ਨੋਵਾ ਸਕੋਸ਼ੀਆ ਗਰੋ ਹੋ ਰਿਹਾ ਆ, ਗਵਰਨਮੈਂਟ ਫੋਕਸਡ ਹੈਗੀ ਹੈ ਐਂਡ ਇਸ ਟਾਈਮ ਤੇ ਕਾਫੀ ਸਾਰੇ ਪ੍ਰੋਗਰਾਮਸ ਵੀ ਐਗਜ਼ਿਸਟ ਕਰਦੇ ਨੇ। ਈਵਨ ਜਿਹੜੀਆਂ ਬੇਸਿਕ ਜੌਬਸ ਹੈਗੀਆਂ ਜਿਹਨਾਂ ਅਸੀਂ ਕੱਲ੍ਹ ਕੰਸਟਰਕਸ਼ਨ ਜੌਬਸ ਹੋ ਗਈਆਂ, ਲੇਬਰ ਜੌਬਸ ਹੋ ਗਈਆਂ, ਹੈਲਪਰ ਜੌਬਸ ਹੋ ਗਈਆਂ, ਹੈਲਥ ਕੇਅਰ ਦੀਆਂ ਆਰਡਲੀਜ਼, PSWs, ਇਹੋ ਜਿਹੀਆਂ ਜੌਬਸ ਵਾਸਤੇ ਵੀ ਓਪਰਚੁਨਿਟੀਜ਼ ਇਸ ਟਾਈਮ ਐਗਜ਼ਿਸਟ ਕਰਦੀਆਂ ਐਂਡ PR ਦੀਆਂ ਓਪਰਚੁਨਿਟੀ ਐਗਜ਼ਿਸਟ ਕਰਦੀਆਂ। ਐਂਡ ਟਾਰਗੇਟ ਆ ਵੀ ਲਿੱਤਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਘੱਟੋ ਘੱਟ 25,000 ਇਮੀਗ੍ਰੈਂਟ ਹਰ ਸਾਲ ਨੋਵਾ ਸਕੋਸ਼ੀਆ ਦੇ ਵਿੱਚ ਲੈ ਕੇ ਆਈਏ। ਸੋ ਗਵਰਨਮੈਂਟ ਦਾ ਇਸ ਤਰ੍ਹਾਂ ਦੇ ਵੀ ਪ੍ਰਪੋਜ਼ਲਸ ਇੱਥੇ ਦੀ ਥਾਟਸ ਹੈਗੇ ਨੇ ਜੀ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੈਲਗਰੀ ਤੋਂ ਬੋਲ ਰਹੀ ਹਾਂ ਰਮਨਜੀਤ। ਹਾਂਜੀ, ਮੈਂ ਅਕਤੂਬਰ ਦੇ ਵਿੱਚ ਆਪਣੇ ਬ੍ਰਦਰ ਦਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਜੀ, ਪਰ ਹਲੇ ਤੱਕ ਕੁਝ ਵੀ ਰਿਪਲਾਈ ਨਹੀਂ ਆਇਆ। ਉਸ ਤੇ ਬਾਰੇ ਦੱਸੋ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਲਈ। ਓਕੇ, ਥੈਂਕ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਕੈਲਗਰੀ ਤੋਂ ਬੋਲਦੇ ਆ ਜੀ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਇਮੀਗ੍ਰੇਸ਼ਨ ਬਾਰੇ ਜੀ। ਇੱਕ ਬੱਚਾ ਹੈ, ਉਹ ਪੰਜਾਬ ਗਿਆ ਵਾ ਇੰਡੀਆ, 2.5 ਸਾਲ ਦਾ, ਸਿਟੀਜ਼ਨ ਹੈ ਇੱਥੋਂ ਦਾ, ਕੈਨੇਡਾ ਦਾ। ਜਿਹੜਾ ਉਹਦਾ ਵੀਜ਼ਾ ਲੱਗਿਆ ਸੀ 5 ਸਾਲ ਦਾ, ਉਹ ਤਾਂ ਇਹਨਾਂ ਨੇ ਇੰਡੀਆ ਵਾਲਿਆਂ ਨੇ ਸਸਪੈਂਡ ਕਰਤੇ। ਉਹਨੂੰ ਲਿਆਉਣਾ, ਉਹਦੇ ਵਾਸਤੇ ਕੀ ਕੁਝ ਹੋ ਸਕਦਾ? ਸਰ ਆਨਸਰ ਦਈਏ ਆਪਾਂ, ਕੁਝ ਪੁੱਛਣਾ? ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਟੀਵੀ ਦੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ ਜੀ। ਪਹਿਲਾਂ ਜਿਨ੍ਹਾਂ ਨੇ ਕਿਹਾ ਸੀ ਕਿ ਆਪਣੇ ਬ੍ਰਦਰ ਦਾ ਉਹਨਾਂ ਨੇ ਅਕਤੂਬਰ ਦੇ ਵਿੱਚ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਪਰ ਕੋਈ ਰਿਪਲਾਈ ਨਹੀਂ ਆਇਆ। ਤਰਨ, ਨਵੇਂ ਵੇਰੀਐਂਟ ਕਰਕੇ ਚੀਜ਼ਾਂ ਸਲੋ ਹੋਈਆਂ ਹੈਗੀਆਂ ਬਿਕੋਜ਼ ਕੇਸਿਸ ਜਿਸ ਤਰ੍ਹਾਂ ਵਧੇ ਹੈਗੇ ਨੇ, ਬਟ ਹਾਲੇ ਵੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀਆਂ ਜੀ ਐਂਡ ਠੀਕ ਪੇਸ ਤੇ ਹੋ ਰਹੀਆਂ ਹੈਗੀਆਂ। ਜਸਟ ਵੇਟ ਐਂਡ ਵਾਚ ਐਂਡ ਕੁਡ ਬੀ ਜੇ ਰਿਸਟ੍ਰਿਕਸ਼ਨਸ ਆਉਂਦੀਆਂ ਤੇ ਪ੍ਰੋਬਲਮ ਵੱਧ ਸਕਦੀ ਹੈ, ਬਟ ਐਜ਼ ਆਫ ਟੂਡੇ ਵੀ ਆਰ ਸੀਇੰਗ ਐਪਲੀਕੇਸ਼ਨਸ ਗੈਟਿੰਗ ਮੂਵਡ। ਬਿਲਕੁਲ ਜੀ। ਕੈਲਗਰੀ ਤੋਂ ਜਿਨ੍ਹਾਂ ਨੇ ਕਾਲ ਕੀਤੀ ਸੀ, ਸਿਟੀਜ਼ਨ ਇੱਥੋਂ ਦਾ ਤੇ ਪੰਜਾਬ ਗਿਆ ਹੋਇਆ, ਕਿਵੇਂ ਬੁਲਾ ਸਕਦੇ ਨੇ ਉਸ ਨੂੰ? ਦੇਖੋ, ਵਾਪਸ ਆਉਣ ਦੇ ਵਿੱਚ ਤਾਂ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਬਿਕੋਜ਼ ਉਹਨਾਂ ਦੇ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਜਾਂ ਕੈਨੇਡੀਅਨ ਪਾਸਪੋਰਟ ਹੋਏਗਾ। ਸੋ ਬਾਕੀ ਜੇ ਕੋਈ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ ਇੰਡੀਅਨ ਕਾਉਂਸੂਲੇਟ ਤੋਂ, ਉਹ ਤੁਸੀਂ ਕਾਉਂਸੂਲੇਟ ਨੂੰ ਫੋਨ ਕਰਕੇ ਤੁਸੀਂ ਹੋਰ ਇਨਫੋਰਮੇਸ਼ਨ ਗੈਦਰ ਕਰ ਸਕਦੇ ਹੋ। ਬਿਲਕੁਲ ਜੀ। ਤੇ ਆਪਾਂ ਨਾਲ ਦੀ ਨਾਲ ਥੋੜੀ ਜਿਹੀ ਓਨਟਾਰੀਓ ਦੀ ਵੀ ਗੱਲ ਕਰ ਲਈਏ। ਓਨਟਾਰੀਓ ਨੇ ਵੀ ਐਂਟਰਪ੍ਰੀਨਿਓਰ ਜਿਹੜਾ ਪ੍ਰੋਗਰਾਮ ਸਟਾਰਟ ਕੀਤਾ ਹੈ, ਸੋ ਇਹ ਕਿੰਨਾਂ ਦੇ ਲਈ ਹੈਗਾ ਤੇ ਕਿੰਨੀ ਕਿ ਇਨਵੈਸਟਮੈਂਟ ਦੀ ਜ਼ਰੂਰਤ ਹੋਏਗੀ? ਤਰਨ, ਓਨਟਾਰੀਓ ਦਾ ਐਂਟਰਪ੍ਰੀਨਿਓਰ ਪ੍ਰੋਗਰਾਮ 2015 ਤੋਂ ਐਗਜ਼ਿਸਟ ਕਰ ਰਿਹਾ ਹੈ, ਰਾਦਰ ਉਸ ਤੋਂ ਪਹਿਲਾਂ ਵੀ ਕਰ ਰਿਹਾ, ਬਟ 2015 ਦੇ ਵਿੱਚ ਚੇਂਜਸ ਉਲੀਕੀਆਂ ਗਈਆਂ ਸੀਗੀਆਂ, ਬਟ 2015 ਤੋਂ ਲੈ ਕੇ ਹੁਣ ਤੱਕ ਸਿਰਫ 2 ਨੋਮੀਨੇਸ਼ਨ ਸਰਟੀਫਿਕੇਟਸ ਇਸ਼ੂ ਕੀਤੇ ਗਏ ਸੀਗੇ। ਹੁਣ ਗਵਰਨਮੈਂਟ ਜਿਹੜਾ ਕਰੰਟ ਮਿਨਿਸਟਰਸ ਹੈਗੇ ਨੇ, ਮੌਂਟੀ ਮੈਕਨੋਟਨ ਸਾਹਿਬ ਐਂਡ ਕਰੰਟ ਗਵਰਨਮੈਂਟ, ਦੇ ਆਰ ਫੋਕਸਡ ਕਿ ਅਸੀਂ ਇਸ ਖੇਤਰ ਨੂੰ ਹੋਰ ਐਕਸਪਲੋਰ ਕਰੀਏ, ਐਕਸਪੈਂਡ ਕਰੀਏ, ਐਕਸਪਲੋਰ ਕਰੀਏ। ਸੋ ਦੈਟ ਇਜ਼ ਦ ਰੀਜ਼ਨ ਉਹ ਇਹ ਪ੍ਰੋਗਰਾਮ ਨੂੰ ਲੈ ਕੇ ਆਏ ਨੇ। ਇਹ ਪਾਇਲਟ ਪ੍ਰੋਜੈਕਟ ਹੈਗਾ ਜੀ। ਸਿਰਫ 100 ਐਪਲੀਕੇਸ਼ਨਸ ਟੋਟਲ ਲਿੱਤੀਆਂ ਜਾਣੀਆਂ ਹੈਗੀਆਂ। 100 ਐਪਲੀਕੇਸ਼ਨ ਦੇ ਵਿੱਚ ਐਪਲੀਕੈਂਟ ਕਿਹੜਾ ਕੁਆਲੀਫਾਈ ਕਰੇਗਾ? ਜਿਹੜਾ ਉਹਨਾਂ ਦੀ ਨੈਟ ਐਸੈਟ ਜਿਹੜੇ ਐਪਲੀਕੈਂਟ ਦੇ ਹੈਗੇ ਨੇ ਘੱਟੋ ਘੱਟ $4 ਲੱਖ ਦੇ ਹੋਣੇ ਚਾਹੀਦੇ ਨਹੀਂ। ਐਂਡ GTA ਤੋਂ ਬਾਹਰ ਤੁਸੀਂ ਬਿਜ਼ਨਸ ਬਾਏ ਕਰਨਾ, ਮਿਨੀਮਮ ਇਨਵੈਸਟਮੈਂਟ ਉਸ ਬਿਜ਼ਨਸ ਦੇ ਵਿੱਚ 2 ਲੱਖ ਦੀ ਤੁਹਾਡੀ ਹੋਣੀ ਚਾਹੀਦੀ ਹੈ। ਐਂਡ ਤੁਸੀਂ 2 ਜੌਬ ਓਪਰਚੁਨਿਟੀਜ਼ ਕ੍ਰੀਏਟ ਕਰਨੀਆਂ ਹੈਗੀਆਂ ਲੋਕਲਸ ਵਾਸਤੇ। ਜੇ ਆ ਓਪਰਚੁਨਿਟੀ ਤੁਸੀਂ ਕਰਦੇ ਹੋ ਤੇ ਤੁਸੀਂ PNP ਸਰਟੀਫਿਕੇਟ ਤੁਹਾਨੂੰ ਮਿਲ ਜਾਏਗਾ। ਐਜੂਕੇਸ਼ਨ ਦੀ ਕੋਈ ਖਾਸ ਗੱਲਬਾਤ ਨਹੀਂ ਕੀਤੀ ਗਈ ਇਸ ਪ੍ਰੋਗਰਾਮ ਦੇ ਬਾਰੇ, ਬਟ ਹਾਂ ਆਈਲੈਟ ਦੀ ਜ਼ਰੂਰ ਗੱਲ ਕੀਤੀ ਗਈ ਕਿ CLB ਲੈਵਲ 4 ਚਾਹੀਦਾ ਹੈਗਾ, ਵਿਚ ਇਜ਼ ਵੈਰੀ ਈਜ਼ੀ ਫॉर ਐਨੀ ਬਿਜ਼ਨਸਮੈਨ ਟੂ ਗੈਟ। ਸੋ ਏਜ ਦੀ ਕੋਈ ਗੱਲਬਾਤ ਨਹੀਂ ਹੈਗੀ ਹੈ। ਇਸ ਪ੍ਰੋਗਰਾਮ ਦਾ ਤੁਸੀਂ ਫਾਇਦਾ ਚੱਕ ਸਕਦੇ ਹੋ, ਬਟ ਇੱਕੋ ਹੀ ਚੀਜ਼ ਹੈਗੀ ਹੈ, ਜਿਹੜੇ ਇੰਡੀਆ ਦੇ ਵਿੱਚ ਏਜੰਟ ਬੈਠੇ ਹੋਏ ਨੇ ਜਾਂ
ਪਾਕਿਸਤਾਨ ਜਾਂ ਮਿਡਲ ਈਸਟ ਦੇ ਵਿੱਚ ਏਜੰਟ ਬੈਠੇ ਹੋਏ ਨੇ, ਦੇ ਵਿਲ ਟਾਕ ਲੋਟ ਆਫ ਥਿੰਗਸ ਅਬਾਊਟ ਦਿਸ। ਬਟ ਤੁਸੀਂ ਇੱਕ ਚੀਜ਼ ਯਾਦ ਰੱਖਿਓ ਕਿ ਟੋਟਲ 100 ਐਪਲੀਕੇਸ਼ਨਸ ਹੈਗੀਆਂ ਐਂਡ ਉਸੇ ਕੰਸਲਟੈਂਟ ਉਸੇ ਲਾਇਰ ਦੇ ਕੋਲ ਤੁਹਾਨੂੰ ਜਾਣਾ ਚਾਹੀਦਾ ਹੈ ਜਿਹਦੇ ਕੋਲ ਐਕਸੈਸ ਹੈਗਾ ਐਂਡ ਨੋ ਹਾਊ ਹੈਗਾ ਇਹੋ ਜਿਹੀ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰਨ ਦਾ। ICC ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ, ਵੀ ਕੈਨ ਅਸਿਸਟ ਯੂ, ਵੀ ਕੈਨ ਗਾਈਡ ਯੂ। 100 ਐਪਲੀਕੇਸ਼ਨਸ ਇਨ ਆਲ ਅਕ੍ਰੋਸ ਕੈਨੇਡਾ, ਸੋ ਯੂ ਕੈਨ ਵੈਰੀ ਵੈਲ ਇਮੈਜਿਨ ਕਿ 100 ਐਪਲੀਕੇਸ਼ਨਾਂ ਟੋਟਲਾਂ ਲਿੱਤੀਆਂ ਜਾਣੀਆਂ ਹੈਗੀਆਂ, ਇੰਨੇ ਕੰਸਲਟੈਂਟਸ ਇੰਨੇ ਲਾਇਰਸ ਬੈਠੇ ਹੋਏ ਨੇ, ਸੋ ਏਜੰਟਾਂ ਦਾ ਤਾਂ ਐਕਸੈਸ ਹੀ ਨਹੀਂ ਉੱਥੇ ਤੱਕ ਹੋਣਾ ਹੈ। ਸੋ ਗੈਟ ਇਨ ਟੱਚ ਐਂਡ ਇਹਨਾਂ ਓਪਰਚੁਨਿਟੀਜ਼ ਦਾ ਫਾਇਦਾ ਲੈਣਾ ਚਾਹੀਦਾ ਹੈਗਾ। ਗਵਰਨਮੈਂਟ ਚਾਹੁੰਦੀ ਹੈਗੀ ਕਿ $20 ਮਿਲੀਅਨ ਦੀ ਟੋਟਲ ਇਨਵੈਸਟਮੈਂਟ GTA ਤੋਂ ਬਾਹਰ ਹੋਵੇ ਤਾਂ ਕਿ ਲੋਕਲ ਮਿਊਨਿਸਪੈਲਿਟੀਜ਼ ਗਰੋ ਕਰਨ, ਲੋਕਲ ਟਾਊਨਸ ਗਰੋ ਕਰਨ, ਉੱਥੇ ਜੌਬ ਓਪਰਚੁਨਿਟੀਜ਼ ਗਰੋ ਹੋਣ। ਐਂਡ ਜਦੋਂ ਵੀ ਕੋਈ ਬਿਜ਼ਨਸਮੈਨ ਸ਼ੁਰੂ ਕਰਦਾ ਹੈ ਤਰਨ, ਮਿਨੀਮਮ ਰਿਕੁਆਇਰਮੈਂਟ 2 ਜੌਬ ਕ੍ਰੀਏਸ਼ਨਸ ਦੀ ਹੈਗੀਆਂ, ਬਟ ਜਦੋਂ ਬਿਜ਼ਨਸ ਗਰੋ ਹੁੰਦਾ ਹੈ ਤੇ 2 ਦੀਆਂ 10 ਵੀ ਹੁੰਦੀਆਂ, ਜੌਬ ਓਪਰਚੁਨਿਟੀਜ਼ 20 ਵੀ ਹੁੰਦੀਆਂ ਹੈਗੀਆਂ ਐਂਡ ਉੱਥੇ ਰੈਵਨਿਊ ਵੀ ਉਸੇ ਤਰ੍ਹਾਂ ਵੱਧਦਾ ਹੈਗਾ। ਸੋ ਗਵਰਨਮੈਂਟ ਚਾਹੁੰਦੀ ਹੈ ਕਿ ਇਹੋ ਜਿਹੇ ਪ੍ਰੋਗਰਾਮ ਲਿੱਤੇ ਜਾਣ ਐਂਡ ਜੇ ਇਹ ਪ੍ਰੋਗਰਾਮ ਸਕਸੈਸਫੁਲ ਹੁੰਦਾ ਆ, ਵੀ ਵਿਲ ਸੀ ਲੋਟ ਆਫ ਐਫਰਟਸ ਬੀਇੰਗ ਗੈਟਿੰਗ ਡਨ ਔਨ ਦਿਸ ਸਾਈਡ ਫਰਦਰ। ਐਂਡ ਅੱਜ ਦੀ ਤਰੀਕ ਦੇ ਵਿੱਚ ਤਰਨ ਜੌਬ ਬਿਜ਼ਨਸਮੈਨ ਵਾਸਤੇ ਕੱਲਾ ਓਨਟਾਰੀਓ ਇਜ਼ ਨਾਟ ਕਿ ਤੁਸੀਂ 100 ਐਪਲੀਕੇਸ਼ਨਾਂ ਦੇ ਵਿੱਚ ਹੀ ਆਉਣਾ ਹੈਗਾ। ਉਸ ਤੋਂ ਇਲਾਵਾ ਵੀ ਕਾਫੀ ਸਾਰੀਆਂ PNP ਪ੍ਰੋਗਰਾਮ ਐਗਜ਼ਿਸਟ ਕਰਦੇ ਨੇ। ਈਵਨ ਨੋਵਾ ਸਕੋਸ਼ੀਆ ਇਜ਼ ਵੈਰੀ ਅਗਰੈਸਿਵ ਔਨ PNP ਪ੍ਰੋਗਰਾਮ ਐਂਟਰਪ੍ਰੀਨਿਓਰਸ ਵਾਸਤੇ। ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਨੇ, ਦੇ ਕੈਨ ਡਿਸਕਸ देयर ਓਪਰਚੁਨਿਟੀਜ਼। ਇੰਟਰਾ ਕੰਪਨੀ ਟ੍ਰਾਂਸਫਰ ਇਜ਼ ਅਨਦਰ ਆਪਸ਼ਨ, ਓਨਰ ਆਪਰੇਟਰ ਇਜ਼ ਅਨਦਰ ਆਪਸ਼ਨ। ਓਨਰ ਆਪਰੇਟਰ ਦੇ ਵਿੱਚ ਤੁਸੀਂ ਆਰਾਮ ਨਾਲ ਕੁਆਲੀਫਾਈ ਕਰ ਸਕਦੇ ਹੋ। ਕਈ ਹਰ ਸਰਕਮਸਟੈਂਸਸ ਹਰ ਐਪਲੀਕੈਂਟ ਦੇ ਡਿਫਰੈਂਟ ਹੁੰਦੇ ਨੇ। ਕਿਸੇ ਦੀ ਏਜ ਜ਼ਿਆਦਾ ਆ, ਐਜੂਕੇਸ਼ਨ ਘੱਟ ਹੈਗੀ ਹੈ ਜਾਂ ਫਿਰ ਲੈਂਗੁਏਜ ਸਕਿੱਲਸ ਉਸ ਤਰ੍ਹਾਂ ਦੀ ਨਹੀਂ ਹੈਗੀਆਂ, ਤਾਂ ਉਹਨਾਂ ਵਾਸਤੇ ਹੋ ਸਕਦਾ ਓਨਰ ਆਪਰੇਟਰ ਦੇ ਵਿੱਚ ਓਨਟਾਰੀਓ ਦੇ ਵਿੱਚ ਬਿਜ਼ਨਸ ਬਾਏ ਕਰਨਾ ਕੰਡਿਊਸਿਵ ਨਾ ਹੋਵੇ। ਬਟ ਨੋਵਾ ਸਕੋਸ਼ੀਆ ਦੇ ਵਿੱਚ ਜਾ ਕੇ ਜੇ ਬਿਜ਼ਨਸ ਬਾਏ ਕਰਨਗੇ ਜਾਂ ਪ੍ਰਿੰਸ ਐਡਵਰਡ ਦੇ ਵਿੱਚ ਕਰਨਗੇ ਤੇ ਉਹ ਆਰਾਮ ਨਾਲ PNP ਪ੍ਰੋਗਰਾਮ ਦੇ ਥਰੂ ਵੀ PR ਵਾਸਤੇ ਐਲੀਜੀਬਲ ਹੋ ਸਕਦੇ ਨੇ 2 ਸਾਲਾਂ ਮਗਰੋਂ। ਸੋ ਅੱਜ ਤੁਸੀਂ ਓਪਰਚੁਨਿਟੀਜ਼ ਦੇਖਣੀਆਂ ਕਿ ਐਂਡ ਉਹਦੇ ਵਾਸਤੇ ਤੁਹਾਡਾ ਕੰਸਲਟੈਂਟ ਤੁਹਾਡੇ ਲਾਇਰ ਜਿਹੜੇ ਹੈਗੇ ਨੇ, ਦੇ ਸ਼ੁੱਡ ਹੈਵ ਗੁੱਡ ਨੋ ਹਾਊ ਆਫ ਥੀਸ ਪ੍ਰੋਗਰਾਮਸ, ਤਾਂ ਕਿ ਉਹ ਤੁਹਾਨੂੰ ਉਸੇ ਤਰ੍ਹਾਂ ਸੁਜੈਸਟ ਕਰ ਸਕਣ ਕਿ ਤੁਸੀਂ ਕਿਸ ਤਰ੍ਹਾਂ ਏਜ ਜ਼ਿਆਦਾ ਹੋਣ ਕਰਕੇ ਵੀ, ਐਜੂਕੇਸ਼ਨ ਘੱਟ ਹੋਣ ਕਰਕੇ ਵੀ ਜਾਂ ਲੈਂਗੁਏਜ ਸਕਿੱਲਸ ਉਸ ਤਰ੍ਹਾਂ ਦੀ ਨਾ ਹੋਣ ਕਰਕੇ ਕਿਹੜਾ ਓਪਰਚੁਨਿਟੀ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀ ਹੈ। ਸਟਾਰਟਅਪ ਇਜ਼ ਅਨਦਰ ਸੱਚ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਸਟ੍ਰੇਟ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਲੈਂਡ ਕਰ ਸਕਦੇ ਹੋ। ਅਗੇਨ ਏਜ ਇਜ਼ ਨਾਟ ਦਾ ਬੈਰੀਅਰ, ਐਜੂਕੇਸ਼ਨ ਇਜ਼ ਨਾਟ ਦਾ ਬੈਰੀਅਰ, ਆਈਲੈਟ ਦੇ 5 ਬੈਂਡ ਚਾਹੀਦੇ ਨੇ ਐਂਡ ਤੁਹਾਡਾ ਬਿਜ਼ਨਸ ਆਈਡੀਆ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਤੁਸੀਂ ਟੈਕਨੋਲੋਜੀ ਨੂੰ ਅਮਾਲਗਮੇਟ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਨੋ ਹਾਊ ਨੂੰ ਲੈ ਕੇ ਤੁਸੀਂ ਆਪਣਾ ਬਿਜ਼ਨਸ ਪਲਾਨ ਇਸ ਤਰ੍ਹਾਂ ਪ੍ਰੈਜ਼ੈਂਟ ਕਰ ਸਕੋ ਕਿ ਐਂਜਲ ਇਨਵੈਸਟਰਸ, ਵੈਂਚਰ ਕੈਪੀਟਲਿਸਟ, ਇਨਕਿਊਬੇਟਰਸ ਨੂੰ ਤੁਹਾਡਾ ਪਸੰਦ ਆਵੇ ਐਂਡ ਦੇ ਇਸ਼ੂ ਯੂ ਲੈਟਰ ਆਫ ਸਪੋਰਟ। ਜਿਹੜਾ ਲੈਟਰ ਆਫ ਸਪੋਰਟ ਨੂੰ ਇਸ਼ੂ ਹੋਣ ਦਾ ਟਾਈਮ ਹੈਗਾ ਆ 3 ਮਹੀਨੇ ਤੋਂ 4 ਮਹੀਨਿਆਂ ਦਾ ਹੈਗਾ ਐਂਡ ਉਹਦੇ ਵਿੱਚ ਅਸੀਂ ਤੁਹਾਨੂੰ ਪੂਰਾ ਪ੍ਰਪੇਅਰ ਕਰਦੇ ਹਾਂ, ਤੁਹਾਡੇ ਬਿਜ਼ਨਸ ਆਈਡੀਆ ਲੈਣੇ, ਸਾਡੇ ਕੰਸਲਟੈਂਟਸ ਦੇ sit down with you, they go through the entire program with you। ਉਸ ਤੋਂ ਬਾਅਦ ਤੁਹਾਡਾ ਆਈਡੀਆ ਦੇਖਦੇ ਨੇ, ਤੁਸੀਂ ਕਿਹੜਾ ਬਿਜ਼ਨਸ ਕਰ ਰਹੇ ਹੋ, ਤੁਸੀਂ ਕਿਹੜੇ ਬਿਜ਼ਨਸ ਦੇ ਵਿੱਚ ਜਾਣਾ ਚਾਹੁੰਦੇ ਹੋ, ਉਹਨੂੰ ਅਸੀਂ ਪੋਲਿਸ਼ ਕਰਦੇ ਹੈਗੇ ਆ ਤੁਹਾਡੇ ਆਈਡੀਆ ਨੂੰ। ਅਸੀਂ ਕੁਝ ਹੋਰ ਵੀ ਚੀਜ਼ਾਂ ਸੁਜੈਸਟ ਕਰਦੇ ਹਾਂ ਕਿ ਜੇ ਆ ਟਵੀਕਸ ਕਰੋਗੇ ਤਾਂ ਤੁਹਾਡੇ ਬਿਜ਼ਨਸ ਪ੍ਰੈਜੈਂਟੇਸ਼ਨ ਦੇ ਵਾਸਤੇ ਬੈਟਰ ਹੋਏਗਾ। ਐਂਡ ਇੱਕ ਵਾਰੀ ਤੁਹਾਡੇ ਕੋਲ ਲੈਟਰ ਆਫ ਸਪੋਰਟ ਆ ਗਿਆ, ਉਸ ਤੋਂ ਬਾਅਦ ਤੁਹਾਡੀ ਵਰਕ ਪਰਮਿਟ ਐਂਡ ਤੁਹਾਡੀ PR ਦੀ ਐਪਲੀਕੇਸ਼ਨ ਦੋਨੋਂ ਲੱਗ ਸਕਦੀਆਂ ਹੈਗੀਆਂ। ਐਂਡ PR ਦੇ ਐਪਲੀਕੇਸ਼ਨ ਤੇ ਤੁਸੀਂ ਵਿਦ ਫੈਮਿਲੀ ਲੈਂਡਡ ਸਟੇਟਸ ਦੇ ਉੱਤੇ ਲੈਂਡ ਕਰ ਸਕਦੇ ਹੋ ਐਂਡ ਜੇ ਤੁਸੀਂ ਵਰਕ ਪਰਮਿਟ ਤੇ ਆਉਣਾ ਚਾਹੋ ਤੇ ਵਰਕ ਪਰਮਿਟ ਤੇ ਆ ਕੇ ਤੁਸੀਂ ਆਪਣਾ ਬਿਜ਼ਨਸ ਇਨੀਸ਼ੀਏਟ ਕਰ ਸਕਦੇ ਹੋ। ਸੋ ਥੀਸ ਆਰ ਸਮ ਅਮੇਜ਼ਿੰਗ ਪ੍ਰੋਗਰਾਮ ਜਿਹੜੇ ਐਂਟਰਪ੍ਰੀਨਿਓਰ ਵਾਸਤੇ ਐਗਜ਼ਿਸਟ ਕਰਦੇ ਨੇ। ਓਨਲੀ ਥਿੰਗ ਇਜ਼ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤੁਹਾਡੇ ਕੰਸਲਟੈਂਟ ਨੂੰ ਪਤਾ ਹੋਣਾ ਚਾਹੀਦਾ, ਤੁਹਾਡੇ ਲਾਇਰ ਨੂੰ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਮੋਸਟ ਕੰਡਿਊਸਿਵ ਰਹੇਗਾ ਐਂਡ ਜਿਹੜਾ ਨੌਲੇਜੇਬਲ ਕੰਸਲਟੈਂਟ ਆ ਉਹਦੇ ਨਾਲ ਜਾਓਗੇ ਤੇ ਤੁਹਾਨੂੰ ਡੈਫੀਨਿਟਲੀ ਐਡਵਾਂਟੇਜ ਰਹੇਗੀ। ਤੁਸੀਂ ਪ੍ਰੋਗਰਾਮਸ ਦੀ ਗੱਲ ਕੀਤੀ ਹੈ ਕਿ ਕਰਕੇ ਪ੍ਰੋਗਰਾਮਸ ਵੀ ਇਸ ਵਕਤ ਕਾਫੀ ਹੁਣ ਨਵੇਂ ਸਾਲ ਦੇ ਵਿੱਚ ਸ਼ੁਰੂ ਹੋ ਰਹੇ ਨੇ। ਸਟਾਰਟਿੰਗ ਦੀ ਗੱਲ ਕਰੀਏ ਤਾਂ ਜਨ ਦੇ ਵਿੱਚ ਜਿਹੜਾ ਕੇਅਰ ਗਿਵਰ ਦਾ ਸਟਾਰਟ ਹੋ ਰਿਹਾ ਵਾ ਪ੍ਰੋਗਰਾਮ, ਜਿਹਦੇ ਵਿੱਚ 2750 ਐਪਲੀਕੇਸ਼ਨਸ ਲੈਣੀਆਂ ਨੇ। ਸੋ ਕੀ ਚਾਂਸਸ ਨੇ ਕਿ ਕਦੋਂ ਤੱਕ ਫਿਲ ਹੋ ਸਕਦਾ ਹੈ ਤੇ ਕੀ 1 ਤਰੀਕ ਤੋਂ ਇਹ ਸਟਾਰਟ ਹੋ ਰਿਹਾ ਵਾ? ਕਰਨ ਜਿਹੜਾ ਟਾਰਗੇਟ ਲਿੱਤਾ ਗਿਆ ਸੀਗਾ ਕੇਅਰ ਗਿਵਰਸ ਦਾ, RNIPs ਦਾ, ਇਹ ਤਕਰੀਬਨ ਐਂਡ ਈਵਨ ਐਗਰੋ ਫੂਡ ਜਿਹੜਾ ਐਗਰੀ ਫੂਡ ਪਾਇਲਟ ਪ੍ਰੋਜੈਕਟ ਸੀਗਾ, ਉਹ ਟੋਟਲ ਮਿਲਾ ਕੇ 10,000 ਦਾ ਟਾਰਗੇਟ ਸੀਗਾ ਐਪਲੀਕੈਂਟਸ ਦਾ ਇਹਨਾਂ ਸਾਰੇ ਸਟਰੀਮਸ ਦੇ ਵਿੱਚ ਮਿਲਾ ਕੇ for 2021। same target is for 2022 23 ਦੇ ਵਿੱਚ 10,500 ਦਾ ਟਾਰਗੇਟ ਹੈਗਾ ਐਂਡ 5500 ਦਾ। ਯੂ ਆਰ ਐਬਸੋਲੂਟਲੀ ਰਾਈਟ ਕਿ 5500 ਐਪਲੀਕੇਸ਼ਨਸ ਐਜ਼ ਅ ਕੇਅਰ ਗਿਵਰ ਲਿੱਤੀਆਂ ਜਾਣੀਆਂ ਹੋਮ ਸਪੋਰਟ ਦੇ ਵਿੱਚ ਤੇ ਚਾਈਲਡ ਕੇਅਰ ਦੇ ਵਿੱਚ। ਸੋ ਐਪਲੀਕੇਸ਼ਨ ਜਨਵਰੀ ਆਨਵਰਡ ਲਿੱਤੀਆਂ ਜਾਣੀਆਂ, ਬਟ ਅਗੇਨ ਤੁਹਾਨੂੰ ਸਬਮਿਟ ਕਰਨ ਵਾਸਤੇ ਤੁਹਾਡੇ ਕੋਲ ਆਈਲੈਟਸ ਹੋਣਾ ਚਾਹੀਦਾ ਆ, ਤੁਹਾਡੀ ਡਿਗਰੀਜ਼ ਅਸੈਸ ਹੋਣੀਆਂ ਚਾਹੀਦੀਆਂ ਆ, ਤੁਹਾਡੇ ਕੋਲ EMPLOYER ਹੋਣਾ ਚਾਹੀਦਾ ਜਿਹੜਾ ਰਿਕੁਆਇਰਮੈਂਟਸ ਮੀਟ ਕਰਦਾ ਪਿਆ ਹੋਵੇ, ਤੁਹਾਡੀ ਇਨਕਮ ਤੁਹਾਡੀ
ਐਕਸਪੀਰੀਅੰਸ ਰਿਕੁਆਇਰਮੈਂਟਸ ਮੀਟ ਹੋਣੀਆਂ ਚਾਹੀਦੀਆਂ। ਜੇ ਆਰ ਰਿਕੁਆਇਰਮੈਂਟਸ ਮੀਟ ਹੁੰਦੀਆਂ ਪਈਆਂ ਤੇ ਯੂ ਸ਼ੁੱਡ ਡੈਫੀਨੇਟਲੀ ਬੀ ਪੁਟਿੰਗ ਇਨ ਯੋਰ ਐਪਲੀਕੇਸ਼ਨ ਐਜ਼ ਸੂਨ ਐਜ਼ 1st of January। ਸੋ ਉਹਦੇ ਵਾਸਤੇ ਤਿਆਰੀ ਰੱਖੋ ਜੀ। ਐਂਡ ਜੇ ਇਨਫੋਰਮੇਸ਼ਨ ਹੈਲਪ ਚਾਹੀਦੀ ਹੈਗੀ ਕੇਅਰ ਗਿਵਰ ਦੀ ਐਪਲੀਕੇਸ਼ਨ ਲਗਾਉਣ ਵਾਸਤੇ ਤੇ ICC ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਇਫ ਯੂ ਆਰ ਆਲਰੇਡੀ ਇਨ ਟੱਚ ਵਿਦ ਦਾ ਕੰਸਲਟੈਂਟ ਐਬਸੋਲੂਟਲੀ ਮੇਕ ਸ਼ੋਰ ਕਿ ਤੁਹਾਡੀ ਐਪਲੀਕੇਸ਼ਨ ਅਗਲੇ ਹਫਤੇ 10 ਦਿਨਾਂ ਦੇ ਵਿੱਚ ਚਲੀ ਜਾਵੇ ਬਿਕੋਜ਼ ਆ ਕੋਟਾ ਹੈਗਾ ਆ। ਐਂਡ ਵੀ ਵਿਲ ਸੀ ਕਿ ਲੋਕਾਂ ਨੇ ਬੜੀਆਂ ਤਿਆਰੀਆਂ ਕੀਤੀਆਂ ਹੋਈਆਂ, ਕੰਸਲਟੈਂਟਸ ਦੇ ਲਈ ਵੀ, ਲਾਇਰਸ ਨੇ ਵੀ ਤਿਆਰੀਆਂ ਕੀਤੀਆਂ ਹੋਈਆਂ ਨੇ, ਐਪਲੀਕੈਂਟਸ ਨੇ ਵੀ ਤਿਆਰੀਆਂ ਕੀਤੀਆਂ ਹੋਈਆਂ। ਸੋ ਆ ਕੋਟਾ ਕਿਸ ਤਰ੍ਹਾਂ ਕਿੰਨੀ ਜਲਦੀ ਪੂਰਾ ਹੋਏਗਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਬਿਲਕੁਲ ਜੀ। ਤੇ ਨਾਲ ਹੀ ਸਰ ਮੈਡੀਕਲ ਐਗਜ਼ੈਂਪਸ਼ਨ ਦੀ ਗੱਲ ਹੋਈ ਹੈ ਕਿ ਕੁਝ ਮੈਡੀਕਲ ਐਗਜ਼ੈਂਪਸ਼ਨਸ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣੀ ਪ੍ਰੋਫਾਈਲ ਲਗਾਈ ਹੈ ਜਾਂ ਲਗਾਈ ਹੋਈ ਹੈ ਜਿਨ੍ਹਾਂ ਦੀ ਬਿਲਕੁਲ ਤਰਨ ਜਿਨ੍ਹਾਂ ਦੇ ਪਹਿਲੇ ਮੈਡੀਕਲਸ ਹੋਏ ਨੇ ਐਂਡ ਉਹ ਟਾਈਮ ਡਿਊਰੇਸ਼ਨ ਤੋਂ ਵੱਧ ਹੋ ਗਏ ਨੇ ਬਿਕੋਜ਼ ਤੁਹਾਨੂੰ ਯਾਦ ਹੈ ਪੈਂਡੈਮਿਕ ਕਰਕੇ ਉਹ ਓਪਨਿੰਗਸ ਨਹੀਂ ਸੀਗੀਆਂ ਐਂਡ ਉਹ ਐਗਜ਼ੈਂਪਸ਼ਨ ਤਾਂ ਦਿੱਤੀ ਗਈ ਸੀ, ਉਹ ਐਗਜ਼ੈਂਪਸ਼ਨ ਐਕਸਟੈਂਡ ਕੀਤੀਆਂ ਗਈਆਂ ਹੈਗੀਆਂ। ਸੋ ਐਬਸੋਲੂਟਲੀ ਜੀ ਐਗਜ਼ੈਂਪਸ਼ਨਸ ਹਾਲੇ ਚੱਲ ਰਹੀਆਂ ਹੈਗੀਆਂ ਐਂਡ ਕਾਫੀ ਸਾਰੇ ਐਪਲੀਕੈਂਟ ਇਹਦਾ ਫਾਇਦਾ ਵੀ ਲੈਣਗੇ। ਬਾਇਓਮੈਟ੍ਰਿਕਸ ਦਾ ਵੀ ਸੋਲੂਸ਼ਨ ਜਿਹੜਾ ਨਿਕਲ ਆਇਆ ਇੰਡੀਆ ਵਿੱਚ ਜਿਹੜਾ ਚੱਲ ਰਿਹਾ ਸੀਗਾ, ਸੋ ਉਹਦੇ ਬਾਰੇ ਵੀ ਕਹਿੰਦੇ ਐਕਸ਼ਨ ਲਿਆ ਗਿਆ ਵਾ ਤੇ ਹੁਣ ਉਹਦਾ ਵੀ ਸੈੱਟ ਕਰ ਦਿੱਤਾ ਗਿਆ। ਤਰਨ ਹੁਣ ਬਸ ਇੱਕੋ ਹੀ ਚੀਜ਼ ਹੋਪ ਕਰੋ ਕਿ ਲੋਕਡਾਊਨ ਨਾ ਆਵੇ, ਸਾਰੀ ਚੀਜ਼ਾਂ ਸਮੂਥਲੀ ਚੱਲਦੀਆਂ ਰਹਿਣ ਤੇ ਵੀ ਵਿਲ ਸੀ 2022 ਵੈਸੇ ਵੀ ਵੁੱਡ ਬੀ ਐਨ ਅਮੇਜ਼ਿੰਗ ਈਅਰ ਐਸ ਪਰ ਚਾਈਨੀਜ਼ ਜਿਹੜਾ ਹੋਰੋਸਕੋਪ ਵਗੈਰਾ ਦੇਖਦੇ ਨੇ ਦੇ ਸੇ ਇਟ ਵਿਲ ਬੀ ਅ ਅਮੇਜ਼ਿੰਗ ਈਅਰ। ਸੋ ਹੋਪਫੁਲੀ ਇਟ ਟਰਨਸ ਆਊਟ ਦੈਟ ਵੇ ਹਰ ਦੋਸਤ ਵਾਸਤੇ, ਹਰ ਮਿਸਟਰ ਵਾਸਤੇ, ਹਰ ਵਿਊਅਰ ਵਾਸਤੇ ਐਂਡ ਤੁਹਾਡੇ ਵਾਸਤੇ, ਸਾਡੇ ਵਾਸਤੇ, ਸਾਰਿਆਂ ਵਾਸਤੇ ਇਟ ਸ਼ੁੱਡ ਬੀ ਅ ਗੁੱਡ ਈਅਰ। ਬਿਲਕੁਲ ਸਰ। ਤੇ ਉਹ ਤੁਹਾਡੇ ਕੋਲ ਕੁਝ ਓਪਨਿੰਗਸ ਹੁੰਦੀਆਂ, ਅਪਰਚੁਨਿਟੀਜ਼ ਹੁੰਦੀਆਂ ਨੇ, ਸੋ ਇਸ ਵਾਰੀ ਦਰਸ਼ਕਾਂ ਲਈ ਕੁਝ ਹੈ ਐਵੇਂ ਦਾ? ਤਰਨ ਸਾਡੇ ਕੋਲ ICC ਕੋਲ ਅੱਜ ਵੀ ਹੌਸਪਿਟੈਲਿਟੀ ਸੈਕਟਰ ਦੀਆਂ ਓਪਨਿੰਗਸ ਹੈਗੀਆਂ। ਜੇ ਤੁਹਾਡੇ ਕੋਲ ਹੌਸਪਿਟੈਲਿਟੀ ਸੈਕਟਰ ਦਾ ਐਕਸਪੀਰੀਅੰਸ ਹੈਗਾ, ਕੁੱਕ ਦਾ, ਸ਼ੈਫ ਦਾ, ਰੈਸਟੋਰੈਂਟ ਮੈਨੇਜਰ ਦਾ, ਰੈਸਟੋਰੈਂਟ ਸੁਪਰਵਾਈਜ਼ਰ ਦਾ, ਈਵਨ ਸਰਵਰ ਦਾ ਐਕਸਪੀਰੀਅੰਸ ਹੈਗਾ ਫੂਡ ਸਰਵਿੰਗ ਦਾ, ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਅੰਡਰ PNP ਪ੍ਰੋਗਰਾਮਸ। ਸਿਮਿਲਰ ਸਾਡੇ ਕੋਲ ਜੌਬ ਓਪਨਿੰਗਸ ਹੈਗੀਆਂ ਰੂਮ ਕਲੀਨਰਸ ਦੀਆਂ ਹੋਟਲਸ ਦੇ ਵਿੱਚ ਸਾਡੇ ਕੋਲ ਐਂਡ ਸਾਰੇ ਅੱਛੇ ਹੋਟਲਸ ਹੈਗੇ ਨੇ ਐਂਡ ਫਰੰਟ ਡੈਸਕ ਕਲਰਕਸ ਦੀਆਂ ਓਪਨਿੰਗਸ ਹੈਗੀਆਂ। ਬਟ ਅਗੇਨ ਡਿਪੈਂਡ ਕਰੇਗਾ ਕਿ ਤੁਹਾਡਾ ਲੈਂਗੁਏਜ ਸਕਿੱਲਸ, ਜੇ ਫਰੰਟ ਡੈਸਕ ਵਾਸਤੇ ਲੈਂਗੁਏਜ ਸਕਿੱਲਸ ਉਸ ਤਰ੍ਹਾਂ ਦੀਆਂ ਚਾਹੀਦੀਆਂ ਹੈਗੀਆਂ ਬਟ ਰੂਮ ਕਲੀਨਰਸ ਵਾਸਤੇ ਤੁਹਾਨੂੰ ਉਸ ਤਰ੍ਹਾਂ ਦੀਆਂ ਲੈਂਗੁਏਜ ਸਕਿੱਲਸ ਨਹੀਂ ਚਾਹੀਦੀਆਂ, ਸਰਵਰ ਵਾਸਤੇ ਤੁਹਾਨੂੰ ਉਸ ਤਰ੍ਹਾਂ ਦੀ ਲੈਂਗੁਏਜ ਸਕਿੱਲਸ ਨਹੀਂ ਚਾਹੀਦੀਆਂ। ਮਿਨੀਮਮ ਗ੍ਰੇਡ 12 ਹੋਣਾ ਚਾਹੀਦਾ ਜੀ ਤੁਹਾਡੇ ਕੋਲ, 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆ ਐਂਡ ਤੁਸੀਂ ਵਿਦ ਫੈਮਿਲੀ ਪਹਿਲੇ ਵਰਕ ਪਰਮਿਟ ਤੇ ਆਓਗੇ ਐਂਡ ਵਿਦ ਫੈਮਿਲੀ PNP ਵਾਸਤੇ ਕੁਆਲੀਫਾਈ ਕਰ ਜਾਓਗੇ ਬਿਕੋਜ਼ ਜਿੰਨੇ ਵੀ ਇੰਪਲੋਇਰਸ ਹੈਗੇ ਨੇ ਦੇ ਆਰ ਕੁਆਲੀਫਾਈਡ ਅੰਡਰ PNP ਐਂਡ ਉਹ ਤੁਹਾਨੂੰ PNP ਦੇ ਵਿੱਚ ਹੈਲਪ ਕਰਨਗੇ। ਆਪਣੇ CV ਸਾਨੂੰ ਫਾਰਵਰਡ ਕਰ ਦਿਓ, ਤੁਹਾਡੀ ਇੰਟਰਵਿਊ ਹੋਏਗੀ, ਇੰਟਰਵਿਊ ਥਰੂ ਠੀਕ ਜਾਂਦੀ ਹੈ ਤੇ ਇੰਪਲੋਇਰ ਤੁਹਾਡਾ LMIA ਪ੍ਰੋਸੈਸ ਕਰੇਗਾ ਐਂਡ ਵਰਕ ਪਰਮਿਟ ਪ੍ਰੋਸੈਸ ਕਰੇਗਾ ਐਂਡ ਇੱਥੇ ਆਉਣ ਤੋਂ ਬਾਅਦ ਤੁਸੀਂ ਕਿਸੇ ਕੰਸਲਟੈਂਟ ਲਾਇਰ ਦੀ ਹੈਲਪ ਲੈ ਕੇ PNP ਵਾਸਤੇ ਆਪਣੀ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ ਬਿਕੋਜ਼ ਉਹ ਇੰਪਲੋਇਰ ਕੁਆਲੀਫਾਈਡ ਹੈਗੇ ਨੇ। ਸਿਮਿਲਰ ਸਾਡੇ ਕੋਲ ਓਪਨਿੰਗਸ ਹੈਗੀਆਂ ਇਸ ਟਾਈਮ ਹੈਲਥ ਕੇਅਰ ਸੈਕਟਰ ਦੀਆਂ ਵੀ। ਜੇ ਤੁਹਾਡੇ ਕੋਲ BSc ਨਰਸਿੰਗ ਹੈਗੀ ਹੈ, 2 ਸਾਲ ਦਾ ਐਕਸਪੀਰੀਅੰਸ ਹੈਗਾ, IELTS 6.5 ਬੈਂਡ ਜ਼ਰੂਰ ਚਾਹੀਦੇ ਨੇ ਬਟ ਜੇ 6.5 ਤੋਂ ਘੱਟ ਹੈਗੇ ਨੇ ਤਾਂ ਐਜ਼ ਅ ਹੈਲਥ ਕੇਅਰ ਵਰਕਰ ਨਹੀਂ, ਐਜ਼ ਅ ਤੁਹਾਡੇ ਕੋਲ ਡਿਫਰੈਂਟ PSW ਦੀਆਂ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਬਟ ਅਗੇਨ ਆਹ ਓਪਰਚੁਨਿਟੀ ਤੁਹਾਨੂੰ PNP ਵਾਸਤੇ ਕੁਆਲੀਫਾਈ ਕਰਾ ਸਕਦੀਆਂ। ਸੋ ਉਹਦੇ ਵਾਸਤੇ ਵੀ CV ਸਾਨੂੰ ਫਾਰਵਰਡ ਕਰ ਦਿਓ, ਇੰਟਰਵਿਊਜ਼ ਹੋਣਗੀਆਂ ਐਂਡ ਇਫ ਇਟ ਗੋਜ਼ ਥਰੂ ਤੁਹਾਡੀ ਅੱਗੇ ਵਰਕ ਪਰਮਿਟ ਐਂਡ PNP ਵਾਸਤੇ ਫਾਈਲ ਪ੍ਰੋਸੈਸ ਹੋ ਸਕਦੀਆਂ। ਸੋ ਜਾਣ ਤੋਂ ਪਹਿਲਾਂ ਤਰਨ ਜੀ ਤੁਹਾਨੂੰ ਐਂਡ ਸਾਰੇ ਹੀ ਵਿਊਅਰਸ ਨੂੰ 2022 ਵਾਸਤੇ ਬਹੁਤ ਬਹੁਤ ਸ਼ੁਭਕਾਮਨਾ ਐਂਡ ਹੋਪਫੁਲੀ ਵੀ ਹੈਵ ਅ ਵੰਡਰਫੁਲ 2022। ਬਿਲਕੁਲ ਸਰ, ਉਮੀਦ ਕਰਦੇ ਹਾਂ ਕਿ ਤੁਹਾਡੇ ਲਈ ਵੀ ਬਹੁਤ ਵਧੀਆ ਹੋਵੇ ਤੇ ਡਿਟੇਲਸ ਜ਼ਰੂਰ ਸਾਂਝੇ ਕਰ ਦਿਓ ਕਿਵੇਂ ਕੰਟੈਕਟ ਕਰ ਸਕਦੇ ਹਾਂ ਜੀ। ਈਮੇਲ ID ਹੈਗਾ ਜੀ info@iccc-immigration.ca info@iccc-immigration.ca ਜਾਂ ਫਿਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 905-461-2424 905-461-2424 ਜਾਂ ਫਿਰ WhatsApp ਨੰਬਰ ਹੈਗਾ ਜੀ 647-850-9000 647-850-9000। ਥੈਂਕ ਯੂ ਸੋ ਮਚ ਸਰ ਸਟੂਡੀਓ ਚ ਆਉਣ ਲਈ। ਥੈਂਕ ਯੂ ਸੋ ਮਚ। ਸੋ ਦੋਸਤੋ ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਸੋ ਹੁਣ 2022 ਆ ਰਿਹਾ, ਤੁਸੀਂ ਆਪਣੇ ਕੋਈ ਪ੍ਰੋਸੈਸ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਤੁਹਾਡੇ ਲਈ ਕੀ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਨੇ ਇਸ ਵਕਤ ਕੈਨੇਡਾ ਦੇ ਵਿੱਚ, ਸੋ ਤੁਸੀਂ ICC ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।